ਇਕਾਂਗੀ ਦੂਜਾ ਵਿਆਹ। ਇਕਾਂਗੀਕਾਰ ਸੰਤ ਸਿੰਘ ਸੇਖੋਂ। ਪਾਤਰ ਨਿਹਾਲ ਕੌਰ ਸੁਖਦੇਵ ਦੀ ਮਾਂ, ਮਨਜੀਤ ਸੁਖਦੇਵ ਦੀ ਵਹੁਟੀ, ਸੁਖਦੇਵ ਸਿੰਘ ਇੱਕ ਨੌਜਵਾਨ, ਗੁਰਦਿੱਤ ਸਿੰਘ ਸੁਖਦੇਵ ਦਾ ਪਿਓ, ਸੁਖਦੇਵ ਕੌਰ ਸੁਖਦੇਵ ਸਿੰਘ ਦੀ ਭੈਣ। ਮਨਜੀਤ ਚੁੱਲ੍ਹੇ ਚੌਂਕੇ ਵਿੱਚ ਦੁਪਹਿਰ ਦੀ ਰੋਟੀ ਦਾ ਆਹਰ ਪਾਰ ਕਰਦੀ ਹੋਈ ਇੱਕ ਥਾਂ ਤੋਂ ਦੂਜੀ ਤੋਂ ਤੀਜੀ ਘੁੰਮਦੀ ਫਿਰਦੀ ਹੈ। ਥੋੜ੍ਹੀ ਵਿੱਥ ਉੱਤੇ ਇੱਕ ਨੁੱਕਰ ਵਿੱਚ ਚਰਖਾ ਡਾਹੀ ਨਿਹਾਲ ਕੌਰ ਕੱਤ ਰਹੀ ਹੈ। ਨਿਹਾਲ ਕੌਰ ਰੋਜ਼ ਕੁਰਲਾਉਂਦੀ ਆ ਬਈ ਰੋਟੀ ਟੁੱਕ ਵੇਲੇ ਸਿਰ ਕਰ ਲਿਆ ਕਰ, ਪਰ ਇਸ ਬਹੂ ਦੇ ਦੀਦੇ ਨਹੀਂ ਵੜਦੀ। ਦੇਖ ਤਾਂ ਸਹੀ ਕਿੱਡੀ ਧੁੱਪ ਚੜ੍ਹ ਆਈ ਹੈ, ਇਹ ਜੇ ਸਬਜ਼ੀ ਚੀਰਦੀ ਫਿਰਦੀ। ਮਨਜੀਤ ਕੋਈ ਨਹੀਂ ਮਾਂ ਜੀ, ਐਡਾ ਕੁ ਵੇਲਾ ਨਹੀਂ ਹੋਇਆ, ਵੇਲੇ ਹੀ ਹੈ, 10 ਹੀ ਵਜੇ ਨੇ ਅਜੇ। ਮੈਂ 11 ਵਜੇ ਨੂੰ ਰੋਟੀ ਟੁੱਕ ਐਨ ਤਿਆਰ ਕਰ ਦਊਂ। ਬਾਪੂ ਜੀ ਤਾਂ 12 ਵਜੇ ਤੋਂ ਪਹਿਲਾਂ ਰੋਟੀ ਨਹੀਂ ਖਾਂਦੇ। ਨਿਹਾਲ ਕੌਰ ਵਜੇ ਦੇਖ ਦੇਖ ਹੀ ਪੈਰ ਧਰਦੀ ਹੈ, 10 ਨਹੀਂ ਵੱਜੇ ਹਲੇ, ਧੁੱਪ ਤਾਂ ਦੇਖ ਕਿੱਡੀ ਆ ਚੱਲੀ ਹੈ। ਮਨਜੀਤ ਰੁੱਤ ਬਦਲ ਰਹੀ ਹੈ ਮਾਂ ਜੀ, ਸੂਰਜ ਹੁਣ ਛੇਤੀ ਚੜ੍ਹ ਜਾਂਦਾ ਏ। ਨਿਹਾਲ ਕੌਰ ਘੜੀ ਦੇ ਗਿਆ ਵਜੇ ਵੇਖਣ ਨੂੰ, ਪਤਾ ਨਹੀਂ ਕੀ ਸਿਰ ਪਾ ਲਿਆ ਮੁੰਡੇ ਦੇ। ਅਸੀਂ ਤਾਂ ਉਮਰਾਂ ਲਗਾ ਲੀਆਂ, ਕਦੇ ਘੜੀ ਘੁੜੀ ਨਾ ਦੇਖੀ ਅਤੇ ਨਾ ਸਾਨੂੰ ਦੇਖਣੀ ਆਉਂਦੀ ਹੈ। ਧੁੱਪ ਦੇ ਹਿਸਾਬ ਸਾਰੇ ਕੰਮ ਵੇਲੇ ਸਿਰ ਕਰ ਲਈਦੇ ਸੀ। ਇਹ ਹੁਣ ਘੜੀ ਦੀਆਂ ਸ਼ੌਕੀਨਾਂ ਘੜੀ ਦੇਖੇ ਬਿਨਾਂ ਮੰਜੇ ਤੋਂ ਉੱਠਦੀਆਂ ਨਹੀਂ। ਮਨਜੀਤ ਹੱਸ ਕੇ ਤੁਸੀਂ ਵੀ ਘੜੀ ਦੇਖਣੀ ਸਿੱਖ ਲਓ ਮਾਂ ਜੀ। ਨਿਹਾਲ ਕੌਰ ਹਾਂ ਹਾਂ, ਹੁਣ ਸਿਖਾਓਗੇ ਸਾਨੂੰ ਘੜੀ ਦੇਖਣੀ, ਹੋਰ ਵੀ ਬਹੁਤ ਕੁਝ ਸਿਖਾਵੇਂਗੀ, ਮਾਂ ਨੇ ਬੜੀ ਤਾਕ ਕਰਕੇ ਭੇਜੀ ਹੈ। ਮਨਜੀਤ ਗੱਲ ਨੂੰ ਹਾਸੇ ਵਿੱਚ ਪਾਉਣ ਲਈ ਹੋਰ ਹੁਣ ਤੁਹਾਨੂੰ ਕੀ ਸਿੱਖਣ ਦੀ ਲੋੜ ਹੈ ਮਾਂ ਜੀ, ਸੁੱਖ ਨਾਲ ਸਾਰਾ ਟੱਬਰ ਤੁਹਾਡੇ ਅਨੁਸਾਰ ਚੱਲਦਾ, ਇੱਕ ਮੈਂ ਹੀ ਜ਼ਰਾ ਮਾਦੀ ਹੌਲੀ ਹਾਂ। ਨਿਹਾਲ ਕੌਰ ਅਨੁਸਾਰ ਚੱਲਦਾ ਟੱਬਰ, ਤੈਨੂੰ ਬੁਰਾ ਲੱਗਦਾ ਏ ਬਈ ਮੁੰਡਾ ਮੇਰੇ ਕਹਿਣੇ ਵਿੱਚ ਕਿਉਂ ਏ, ਸਿਖਾ ਲਈ ਹੁਣ ਆ ਜੂਗਾ ਤਾਂ। ਮਨਜੀਤ ਮੈਂ ਕੀ ਸਿਖਾਉਣਾ ਮਾਂ ਜੀ, ਮੈਨੂੰ ਕੋਈ ਦੁੱਖ ਹੈ ਤੁਹਾਡੇ ਰਾਜ ਵਿੱਚ, ਅਤੇ ਫਿਰ ਮੈਂ ਕੌਣ ਆ ਸਿਖਾਉਣ ਵਾਲੀ, ਉਹਨਾਂ ਇੰਨੇ ਪੜ੍ਹਿਆਂ ਲਿਖਿਆਂ ਨੂੰ, ਉਹਨਾਂ ਤੋਂ ਤਾਂ ਦੁਨੀਆ ਸਿੱਖਦੀ ਹੈ। ਨਿਹਾਲ ਕੌਰ ਟਿੱਲ ਤਾਂ ਬਥੇਰੇ ਲਾਉਣੀ ਹੈ, ਮੇਰਾ ਪੁੱਤ ਹੈ, ਨਹੀਂ ਸਿੱਟਦਾ ਮੇਰੀ ਗੱਲ, ਤੇਰੇ ਵੱਲੋਂ ਤਾਂ ਕੋਈ ਕਸਰ ਨਹੀਂ। ਮਨਜੀਤ ਕਿਉਂ ਮੈਂ ਕੀ ਕਰਦੀ ਹਾਂ ਮਾਂ ਜੀ, ਮੈਂ ਤੁਹਾਡੀ ਕੋਈ ਗੱਲ ਸਿੱਟਦੀ ਹਾਂ ਵੀ ਉਹਨਾਂ ਨੂੰ ਸਿੱਟਣ ਲਈ ਆਖਾਂ। ਨਿਹਾਲ ਕੌਰ ਆਖ ਲਈ ਆ ਜੂਗਾ ਪਰਸੋਂ ਨੂੰ, 3-4 ਦਿਨੋਂ ਤਾਂ ਬਥੇਰੇ ਅਛਨੇ ਪਛਨੇ ਕਰਦੀਆਂ, ਸੋਹਣੀ ਬਣ ਕੇ ਦਿਖਾਵੇਂਗੀ ਉਹਨੂੰ। ਮਨਜੀਤ ਮਾਂ ਜੀ ਇਹ ਭਲਾ ਕੀ ਗੱਲ ਕੀਤੀ ਤੁਸੀਂ, ਉਹਨਾਂ ਨੂੰ ਨਾ ਸੋਹਣੀ ਬਣ ਕੇ ਦਿਖਾਵਾਂ ਤਾਂ ਹੋਰ ਕਿਹਨੂੰ ਦਿਖਾਵਾਂ। ਨਿਹਾਲ ਕੌਰ ਚੰਗਾ ਜਵਾਬੋਂ ਨਹੀਂ ਤੂੰ ਖੁੰਝਦੀ, ਜਵਾਬ ਹਰੇਕ ਗੱਲ ਦਾ ਤੁਰਤ ਦੇਣਾ ਜਾਣਦੀ ਹੈ। ਗੋਭੀ ਦੇਖ ਕਿੱਡੀ ਕੱਟੀ ਹੈ, ਡੰਗਰਾਂ ਨੇ ਖਾਣੀ ਇਹ। ਮਨਜੀਤ ਨਹੀਂ ਮਾਂ ਜੀ, ਬਾਪੂ ਜੀ ਬਹੁਤ ਛੋਟੀ ਹੋਈ ਕੱਟੀ ਪਸੰਦ ਨਹੀਂ ਕਰਦੇ। ਨਿਹਾਲ ਕੌਰ ਬਾਪੂ ਜੀ ਬਾਪੂ ਜੀ ਬਾਪੂ ਜੀ ਇਹ ਕਹਿੰਦੇ ਨੇ, ਬਾਪੂ ਜੀ ਆਹ ਕਹਿੰਦੇ ਨੇ, ਬਾਪੂ ਜੀ ਕੀ ਕਹੇ ਹੁਣ ਸਿਆਣਾ ਆਦਮੀ, ਵੱਡੀ ਕੱਟ ਦਿੰਦੀ ਹੈ ਵੱਡੀ ਖਾ ਲੈਂਦਾ ਏ। ਸਾਡੇ ਸਮੇਂ ਤਾਂ ਬਾਪੂ ਜੀ ਵੀ ਬਥੇਰਾ ਚੜ੍ਹਦੇ ਤੋਂ ਚੜ੍ਹਦਾ ਸੀ, ਸਾਡੇ ਕੋਲੋਂ ਤਾਂ ਕਿਤੇ ਸਬਜ਼ੀ ਭਾਜੀ ਵਿੱਚ ਕੋਈ ਨੁਕਸ ਰਹਿ ਜਾਂਦਾ ਸੀ ਤਾਂ ਥਾਲ ਮੱਥੇ ਵਿੱਚ ਮਾਰਦੇ ਸੀ। ਅੱਜ ਕੱਲ੍ਹ ਦੀਆਂ ਨੌਵਾਂ ਤਾਂ ਸਹੁਰਿਆਂ ਨੂੰ ਵੀ ਡਰਾ ਲੈਂਦੀਆਂ ਨੇ। ਮਨਜੀਤ ਮੈਂ ਕਾਹਨੂੰ ਕਿਸੇ ਨੂੰ ਡਰਾਉਣਾ ਮਾਂ ਜੀ, ਮੈਂ ਤਾਂ ਤੁਹਾਡੀ ਸਭ ਦੀ ਸੇਵਕ ਹਾਂ। ਨਿਹਾਲ ਕੌਰ ਤਾਂ ਹੀ ਸਭ ਕੰਮ ਫੁਰਤੀ ਨਾ ਕਰ ਦਿੰਦੀ ਹੈ, ਵੱਡੀ ਸੇਵਕ। ਹੁਣ ਬਹੁਤੀ ਅੱਗ ਬਾਲ ਕੇ ਕਰ ਲਵੇਂਗੀ ਸਬਜ਼ੀ ਤਿਆਰ, ਅਤੇ ਉਹ ਭਲ ਮਾਂਸ ਵੀ ਖਾ ਜਾਊ ਅੱਧ ਰਿੱਝੀ। ਮਨਜੀਤ ਨਹੀਂ ਮਾਂ ਜੀ, ਬਾਪੂ ਜੀ ਭਾਜੀ ਬਹੁਤੀ ਰਿੱਝੀ ਪਸੰਦ ਨਹੀਂ ਕਰਦੇ, ਖੜਵੀਂ ਖਾ ਕੇ ਖੁਸ਼ ਨੇ। ਨਿਹਾਲ ਕੌਰ ਚੰਗਾ ਹੁਣ ਮੱਤਾ ਨਾ ਦੇ ਮੈਨੂੰ, ਦਿਨ ਵੱਲ ਵੇਖ ਜ਼ਰਾ। ਆਪਣੇ ਗਲੋਟਿਆਂ ਵੱਲ ਦੇਖ ਕੇ ਮੈਂ 3 ਗਲੋਟੇ ਲਾਹ ਲਏ ਨੇ ਸਵੇਰ ਦੇ, ਅਤੇ ਚੌਥਾ ਭਰਿਆ ਹੋਇਆ, ਇਹਦੇ ਕੋਲ ਹਾਰ ਸ਼ਿੰਗਾਰ ਹੀ ਮਸਾਂ ਪੂਰਾ ਹੋਇਆ। ਮਨਜੀਤ ਮਾਂ ਜੀ ਮੈਂ ਜ਼ਰਾ ਪੜ੍ਹਨ ਬੈਠ ਗਈ ਸੀ, ਨਹਾਉਣ ਧੋਣ 'ਤੇ ਤਾਂ ਮੈਂ 15 ਮਿੰਟ ਵੀ ਨਹੀਂ ਲਾਏ। ਨਿਹਾਲ ਕੌਰ ਪੜ੍ਹਨ ਬੈਠ ਗਈ ਸੀ, ਇਹ ਵੀ ਸੀ ਕੰਮ ਸੀ ਮੇਰਾ, ਪੜ੍ਹਾ ਦਿੱਤੀ ਅੰਮਾਂ ਨੇ 4 ਅੱਖਰ 'ਤੇ ਦਿਖਾਉਂਦੀ ਹੈ ਸਭ ਨੂੰ ਵਿਦਵਾਨ ਬਣ ਕੇ, ਇਹ ਗੁਆਂਢਣ ਮਿਲ ਗਈ ਇਹਨੂੰ ਉਹ ਜੀ। ਮਨਜੀਤ ਚੁੱਲ੍ਹੇ 'ਤੇ ਸਬਜ਼ੀ ਰੱਖਦੀ ਹੋਈ ਖੜੀ ਹੋ ਕੇ ਰੱਬ ਦਾ ਵਾਸਤਾ ਮਾਂ ਜੀ, ਗੁਆਂਢਣ ਵਿਚਾਰੀ ਨੂੰ ਕੁਛ ਨਾ ਕਹੋ। ਨਿਹਾਲ ਕੌਰ ਕਿਉਂ ਨਾ ਕਹਾਂ, ਉਹੀ ਤਾਂ ਤੈਨੂੰ ਪੁੱਠੀਆਂ ਮੱਤਾਂ ਦਿੰਦੀ ਹੈ। ਮਨਜੀਤ ਕੁਝ ਖਿੱਚ ਕੇ ਕੀ ਪੁੱਠੀਆਂ ਮੱਤਾਂ ਦਿੰਦੀ ਹੈ ਮੈਨੂੰ। ਨਿਹਾਲ ਕੌਰ ਬਣਾ ਲਈ ਹੈ ਸਭਾ ਮਾਂ ਵਾਲੀ, ਜੱਗ ਜਿੱਤ ਲੂੰਗੇ ਸਭਾਵਾਂ ਬਣਾ ਕੇ। ਰਾਤ ਬੈਠੀ ਰਹੀ ਅੱਧੀ ਰਾਤ ਤੱਕ ਉਹਦੇ ਕੋਲ, ਹੋਰ ਮਿਲ ਗਈਆਂ ਬਥੇਰੀਆਂ ਉਹਦੀ ਚੌਂਕੀ ਭਰਨ ਨੂੰ, ਆਖੇ ਮੀਟਣ ਹੁੰਦੀ ਹੈ ਸਾਡੀ। ਮਨਜੀਤ ਅੱਧੀ ਰਾਤ ਕਿਹੜੀ ਮਾਂ ਜੀ, 15 ਮਿੰਟ ਲਈ ਗਈ ਸੀ, ਉਹ ਵੀ ਤੁਹਾਤੋਂ ਪੁੱਛ ਕੇ। ਨਿਹਾਲ ਕੌਰ ਮੈਥੋਂ ਪੁੱਛ ਕੇ, ਮੇਰੇ ਪੁੱਛ ਨੂੰ ਬਹੁਤ ਉਡੀਕਦੀ ਹੈ ਤੂੰ, ਕਹਿ ਗਈ ਹੋਵੇਗੀ ਜਾਂਦੀ ਜਾਂਦੀ, ਆਨਾ ਦੇਣ ਲੱਗੀ ਨੇ ਮੈਨੂੰ ਪੁੱਛਿਆ ਸੀ, ਸਭਾ ਦੀ ਮੈਂਬਰ ਬਣਨ ਲੱਗੀ ਨੇ, ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵੱਸ ਕਰਨ ਦਾ। ਇਉਂ ਤੂੰ ਮੇਰੇ ਮੁੰਡੇ ਦੀ ਲਾਇਕ ਬਣ ਜਾਵੇਂਗੀ ਸਭਾ ਦੀ ਮੈਂਬਰ ਬਣ ਕੇ। ਮਨਜੀਤ ਲਾਇਕ ਨੂੰ ਮੇਰੇ ਵਿੱਚ ਕੀ ਨੁਕਸ ਹੈ ਮਾਂ ਜੀ, ਮੈਂ ਅੰਨੀ ਹਾਂ, ਕਾਣੀ ਹਾਂ, ਗੂੰਗੀ ਹਾਂ, ਬੋਲੀ ਹਾਂ। ਨਿਹਾਲ ਕੌਰ ਗੂੰਗੀ ਤੈਨੂੰ ਕੌਣ ਬਣਾਉਂਦਾ, ਬਥੇਰੀ ਚੱਲਦੀ ਹੈ ਲੁਤਰ ਜ਼ਬਾਨ, ਬਣਾ ਲੈ ਜਿਹੜੀਆਂ ਸਭਾਵਾਂ ਬਣਾਉਣੀਆਂ, ਕਰ ਲੈ ਮਨਸਬੇ ਗੁਆਂਢਣ ਨਾਲ, ਮੇਰੇ ਮੁੰਡੇ ਦੀ ਲਾਇਕ ਨਹੀਂ ਬਣ ਲੱਗੀ ਤੂੰ। ਮਨਜੀਤ
ਮੁੰਡਾ ਤਾਂ ਬਥੇਰਾ ਚੰਗਾ ਮਾਂ ਜੀ, ਤੇਰੇ ਹੀ ਲਾਇਕ ਨਹੀਂ ਮੈਂ। ਨਿਹਾਲ ਕੌਰ ਚੱਲ ਇਵੇਂ ਹੀ ਸਹੀ, ਮੈਂ ਹੀ ਕਹਿੰਦੀ ਸਹੀ ਮੁੰਡੇ ਨੂੰ ਵਿਆਹ ਕਰਾਉਣ ਨੂੰ ਦੂਜਾ, ਮੇਰਾ ਕੀ ਵੱਗ ਨਾ ਛੜਨ ਦੇਵੇਂਗੀ ਤੂੰ। ਮਨਜੀਤ ਗੱਲ ਤਾਂ ਹਾਂ ਏ, ਇਸੇ ਗੱਲੋਂ ਤਾਂ ਮੇਰੀ ਸਬਜ਼ੀ ਵਿੱਚ ਨੁਕਸ ਫੜੀਂਦੇ ਨੇ। ਚਲੋ ਮਾਂ ਜੀ, ਵਿਆਹ ਦੇਣਾ ਤੁਸੀਂ ਮੁੰਡੇ ਨੂੰ ਦੂਜੇ ਥਾਂ, ਐਵੇਂ ਰੋਜ਼ ਦਾ ਕਲੇਸ਼ ਕਾਹਨੂੰ ਕਰਦੇ ਹੋ, ਮੈਂ ਵੀ ਸਭਾ ਦਾ ਕੰਮ ਕਰਨ ਨੂੰ ਵਿਹਲੀ ਹੋ ਜਾਊਂਗੀ। ਨਿਹਾਲ ਕੌਰ ਵਿਹਲੀ ਤਾਂ ਤੂੰ ਹੋਣਾ ਚਾਹੁੰਦੀ ਹੈ ਗਵਾਂਢਣ ਵਾਂਗੂ, ਉਹਦਾ ਤਾਂ ਲੁਕਿਆ ਫਿਰਦਾ ਏ, ਦਰ ਬਦਰ ਧੱਕੇ ਖਾਂਦਾ, ਆਖੇ ਜੀ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਅਤੇ ਸਰਕਾਰ ਸਾਨੂੰ ਕਰਨ ਨਹੀਂ ਦਿੰਦੀ। ਮਨਜੀਤ ਆਹੋ, ਉਸ ਵਿਚਾਰੇ ਨੇ ਕੀ ਵਿਗਾੜਿਆ ਕਿਸੇ ਦਾ, ਲੋਕਾਂ ਦੇ ਭਲੇ ਦੀ ਗੱਲ ਹੀ ਕਰਦਾ ਸੀ ਕੋਈ। ਨਿਹਾਲ ਕੌਰ ਇਸੇ ਗੱਲੋਂ ਤਾਂ ਮੈਂ ਡਰਦੀ ਹਾਂ, ਮੇਰੇ ਮੁੰਡੇ ਨੂੰ ਵੀ ਕਿਤੇ ਆਪਣੇ ਵਰਗਾ ਨਾ ਬਣਾ ਲਈ, ਹੋਰ ਉਹਦੀ ਨੌਕਰੀ ਤੜਾਉਂਦੀ ਹੋਵੇਂ। ਮਨਜੀਤ ਤਾਂ ਹੀ ਤੁਸੀਂ ਦੂਜੀ ਨੌ ਲਿਆਉਣ ਨੂੰ ਤਾਂਗਦੇ ਹੋ, ਕਿਸੇ ਥਾਣੇਦਾਰ ਦੀ ਧੀ ਲਿਆਇਓ ਮਾਂ ਜੀ, ਜਿਹੜੀ ਨੌਕਰੀ ਨਾ ਟੁੱਟਣ ਦੇਵੇ। ਨਿਹਾਲ ਕੌਰ ਥਾਣੇਦਾਰ ਦੀਆਂ ਧੀਆਂ ਦਾ ਕਿਹੜਾ ਘਾਟਾ ਮੇਰੇ ਮੁੰਡੇ ਨੂੰ। ਮਨਜੀਤ ਮੈਂ ਹੀ ਆਪਣੇ ਪਿਤਾ ਜੀ ਨੂੰ ਕਿਹਾ ਭੇਜਦੀ ਹਾਂ, ਥਾਣੇਦਾਰੀ ਵਿੱਚ ਦਰਖਾਸਤ ਦੇ ਦੇਣ, ਤੁਸੀਂ ਉਹਨਾਂ ਨੂੰ ਥਾਣੇਦਾਰ ਬਣਵਾ ਦਿਓ। ਨਿਹਾਲ ਕੌਰ ਮਖੌਲ ਕਰਨੇ ਬਥੇਰੇ ਜਾਣਦੀ ਹੈ। ਮਨਜੀਤ ਧੁੱਪ ਆ ਗਈ ਹੈ ਮਾਂ ਜੀ, ਤੁਹਾਡੇ ਚਰਖੇ ਨੂੰ ਲਿਆਓ, ਮੈਂ ਤੁਹਾਡਾ ਚਰਖਾ ਛਾਵੇਂ ਕਰ ਦਿਆਂ। ਚਰਖਾ ਚੁੱਕ ਕੇ ਛਾਵੇਂ ਕਰਦੀ ਹੈ। ਨਿਹਾਲ ਕੌਰ ਪੀੜੀ ਚੁੱਕ ਕੇ ਨਵੇਂ ਥਾਂ ਜਾ ਬੈਠਦੀ ਹੈ। ਮਨਜੀਤ ਗਲੋਟਿਆਂ ਪੂਣੀਆਂ ਵਾਲਾ ਬੋਹੀਆ ਚੁੱਕ ਕੇ ਨਿਹਾਲ ਕੌਰ ਕੋਲ ਲਿਆ ਰੱਖਦੀ ਹੈ ਅਤੇ ਫਿਰ ਅੰਦਰ ਨੂੰ ਚਲੀ ਜਾਂਦੀ ਹੈ। ਨਿਹਾਲ ਕੌਰ ਆ ਕੀ ਭਾਂਬੜ ਬਾਲ ਗਈ ਐ, ਮੱਠੀ ਘਰ ਆ ਕੇ ਅੱਗ, ਧੁਆਂਕ ਜਾਊਗੀ ਸਾਰੀ ਸਬਜ਼ੀ ਨਹੀਂ ਤਾਂ। ਮਨਜੀਤ ਅੰਦਰੋਂ ਹੀ ਆਈ ਮਾਂ ਜੀ, ਆਟਾ ਛਾਣ ਲਿਆਵਾਂ। ਨਿਹਾਲ ਕੌਰ ਬਾਹਰ ਆ ਕੇ ਛਾਣ ਲੈਂਦੀ ਆਟਾ, ਛਾਨਣੀ ਚੱਕਣੀ ਭਾਰੀ ਹੋਈ ਪਈ ਹੈ ਇਹਨਾਂ ਨੂੰ। ਉੱਠਦੀ ਹੈ, ਆਪ ਹੀ ਅੱਗ ਮੱਠੀ ਕਰਦਿਆਂ। ਮਨਜੀਤ ਥਾਲੀ ਵਿੱਚ ਆਟਾ ਬਾਹਰ ਲਿਆ ਕੇ ਨਿਹਾਲ ਕੌਰ ਨੂੰ, ਜੋ ਹੁਣ ਮੁਰ ਚੜਖੇ ਉੱਤੇ ਆ ਬੈਠੀ ਹੈ, ਦਿਖਾਉਂਦੀ ਹੈ। ਬਥੇਰਾ ਹੈ ਮਾਂ ਜੀ ਆਟਾ। ਨਿਹਾਲ ਕੌਰ ਨੀ ਇੰਨਾ ਆਟਾ, ਕਿਹੜੀ ਦੱਖਣ ਦੇਲ ਦੇਣੀ ਹੈ ਤੂੰ। ਮਨਜੀਤ ਹੱਸਦੀ ਹੋਈ ਕਾਂ ਕਰਲਾਉਂਦਾ ਮਾਂ ਜੀ ਸਵੇਰ ਦਾ, ਖਬਰਾਂ ਕੋਈ ਪ੍ਰਾਹੁਣਾ ਹੀ ਆ ਜਾਵੇ। ਨਿਹਾਲ ਕੌਰ ਮੇਰੇ ਪੁੱਤ ਨੇ ਤਾਂ ਅਜੇ ਪਰਸੋਂ ਨੂੰ ਆਉਣਾ, ਹੋਰ ਕਿਹੜਾ ਹੈ ਤੇਰਾ ਪ੍ਰਾਹੁਣਾ ਆਉਣ ਵਾਲਾ। ਮਨਜੀਤ ਖਬਰਾਂ ਮੇਰਾ ਵੀਰ ਹੀ ਆ ਜਾਵੇ। ਨਿਹਾਲ ਕੌਰ ਤੇਰੇ ਵੀਰ ਨੇ ਕੀ ਕਰਨ ਆਉਣਾ। ਮਨਜੀਤ ਮਖੌਲ ਨਾਲ ਭੈਣ ਨੂੰ ਮਿਲਣ, ਨਾਲੇ ਭਣੋਈਏ ਦੀ ਖਾਤਰਦਾਰੀ ਲਈ 2 ਦਿਨ ਪਹਿਲਾਂ ਹੀ ਹਾਜ਼ਰ ਹੋਣ ਯੋਗ ਹੈ। ਨਿਹਾਲ ਕੌਰ ਐਡਾ ਤਾਬਿਆਦਾਰ ਭਣੋਈਏ ਤਾਂ ਛਾਉਣੀਓ ਜਾ ਕੇ ਲੈ ਆਵੇ। ਮਨਜੀਤ ਲੁਧਿਆਣੇ ਤਾਂ ਜਾ ਮਿਲ ਆਉਂਦਿਆਂ ਨੂੰ, ਮੈਂ ਵੀ ਚਲੀ ਜਾਵਾਂ ਨਾਲ ਲੁਧਿਆਣੇ, ਤੁਹਾਡੇ ਪੁੱਤ ਨੂੰ ਮਿਲਣ ਮੂਹਰਿਓ। ਨਿਹਾਲ ਕੌਰ ਆਹੋ, ਲੁਧਿਆਣੇ ਜਾ ਕੇ ਮੂਹਰਿਓ ਮਿਲੋਗੇ ਤਾਂ ਹੀ ਸਿਖਾਓਗੇ ਕੁਛ। ਮਨਜੀਤ ਕੌਰ ਮਖੌਲ ਨਾਲ ਘਰ ਆਇਆ ਨੂੰ ਤਾਂ ਤੁਸੀਂ ਸਿਖਾਉਣ ਨਹੀਂ ਦੇਣਾ। ਨਿਹਾਲ ਕੌਰ ਗੁਆਂਢਣ ਨੂੰ ਵੀ ਲੈ ਜਾਈ ਨਾਲ। ਮਨਜੀਤ ਗੁਆਂਢਣ ਨਾਲ ਤੁਹਾਨੂੰ ਕਾਹਦੀ ਜਿੱਦ ਹੋ ਗਈ ਮਾਂ ਜੀ, ਉਸ ਵਿਚਾਰੇ ਨੇ ਕੀ ਵਿਗਾੜਿਆ ਤੁਹਾਡਾ। ਨਿਹਾਲ ਕੌਰ ਮੇਰਾ ਕੀ ਵਿਗਾੜ ਸਕਦੀ ਹੈ, ਵਿਗਾੜੇ ਆਪਣੇ ਘਰਦਿਆਂ ਜਾਂ ਵਿਗਾੜੂ ਤੇਰੇ ਵਰਗੀਆਂ ਮਗਰ ਲੱਗਣ ਵਾਲੀਆਂ ਦਾ। ਮਨਜੀਤ ਚੰਗਾ ਮਾਂ ਜੀ, ਜਿਵੇਂ ਤੁਹਾਡੀ ਮਰਜ਼ੀ। ਚੌਂਕੇ ਵਿੱਚ ਜਾ ਕੇ ਆਟਾ ਗੁੰਨਣ ਲੱਗ ਜਾਂਦੀ ਹੈ। ਨਿਹਾਲ ਕੌਰ ਨੀ ਕੱਢ ਦਿੰਦੀ ਕੁਛ ਆਟਾ। ਮਨਜੀਤ ਮਾਂ ਜੀ ਇੱਕ ਜਣੇ ਜੋਗਾ ਵਾਧੂ ਹੀ ਚੰਗਾ ਹੁੰਦਾ ਏ। ਨਿਹਾਲ ਕੌਰ ਆਉਣਾ ਹੋ ਕਿਸੇ ਨੇ ਤੇਰੇ ਪੇਕਿਆਂ ਤੋਂ, ਦੱਸਦੀ ਨਹੀਂ ਤੂੰ, ਬੜੀ ਮਿੰਨੀ ਹੈ। ਮਨਜੀਤ ਆਹੋ ਮਾਂ ਜੀ, ਸੁਖਰਾਜ ਨੇ ਆਉਣਾ। ਨਿਹਾਲ ਕੌਰ ਨਹੀਂ ਉਹ ਕੌਣ ਹੈ, ਤੇਰੇ ਭਰਾ ਦਾ ਨਾਮ ਤਾਂ ਕੁਛ ਹੋਰ ਹੈ। ਮਨਜੀਤ ਮਾਂ ਜੀ ਇਹ ਸਾਡੇ ਜ਼ਿਲ੍ਹੇ ਦੀ ਸਭਾ ਦੀ ਸਕੱਤਰ ਹੈ। ਨਿਹਾਲ ਕੌਰ ਇਹ ਕਿੱਥੋਂ ਦੀ ਹੈ, ਗੁਆਂਢਣ ਵਰਗੀ ਤਾਂ ਨਹੀਂ ਕੋਈ ਛੁੱਟੜ ਹੈ। ਮਨਜੀਤ ਮਾਂ ਜੀ ਗੁਆਂਢਣ ਤਾਂ ਇੰਨੀ ਕਰੋਪੀ ਕਾਹਦੀ ਆਉਂਦੀ ਹੈ ਤੁਹਾਨੂੰ। ਨਿਹਾਲ ਕੌਰ ਆਵੇ ਨਾ, ਤੇਰੇ ਵਰਗਿਆਂ ਨੂੰ ਵਿਗਾੜਦੀ ਹੈ, ਸਭਾ ਬਣਾਉਂਦੀਆਂ ਨੇ, ਕੀ ਕਰੋਗੇ ਨਹੀਂ ਤੁਸੀਂ ਸਭਾ ਨਾਲ, ਜ਼ਮੀਨਾਂ 'ਚ ਹਿੱਸੇ ਦਵਾਉਣਗੀਆਂ ਇਹ, ਆਪਣੇ ਪਿਓ ਦੀ ਜ਼ਮੀਨ 'ਚ ਤਾਂ ਲਿਆ ਨਹੀਂ ਪਹਿਲਾਂ ਤੂੰ ਹਿੱਸਾ। ਮਨਜੀਤ ਫੇਰ ਤਾਂ ਨਹੀਂ ਤੂੰ ਆਪਣੇ ਪੁੱਤ ਦਾ ਦੂਜਾ ਵਿਆਹ ਕਰਾਏਂਗੀ ਮਾਂ ਜੀ। ਨਿਹਾਲ ਕੌਰ ਤਾਂ ਇਸੇ ਗੱਲ ਦੇ ਸਾਰੇ ਪੁਆੜੇ ਨੇ, ਮੇਰੇ ਮੁੰਡੇ ਦਾ ਵਿਆਹ ਰੋਕਣ ਨੂੰ ਇਸਤਰੀ ਸਭਾ ਬਣਾਈ ਹੈ। ਮਨਜੀਤ ਤੇਰੇ ਮੁੰਡੇ ਨੂੰ ਖਾਸ ਇਜਾਜ਼ਤ ਲੈ ਦੇਂਗੇ ਮਾਂ ਜੀ ਸਭਾ ਤੋਂ। ਨਿਹਾਲ ਕੌਰ ਤੇਰੀ ਸਭਾ ਦੀ ਇਜਾਜ਼ਤ ਨਾਲ ਹੀ ਵਿਆਹ ਹੋਣਾ ਭਲਾ ਮੇਰੇ ਮੁੰਡੇ ਦਾ। ਮਨਜੀਤ ਆਟਾ ਗੁੰਨ ਕੇ ਗਿੱਲਾ ਪਾਉਣਾ ਦੇ ਕੇ ਜਾਲੀ ਵਿੱਚ ਰੱਖਦੀ ਹੈ ਅਤੇ ਫਿਰ ਨਿਹਾਲ ਕੌਰ ਆਉਂਦੀ ਹੈ। ਇੱਕ ਗੱਲ ਦੀ ਹੋਰ ਮਨਜ਼ੂਰੀ ਦਿਓ ਮਾਂ ਜੀ, ਆਉਣ ਵਾਲੇ ਪ੍ਰਾਹੁਣੇ ਲਈ ਕੋਈ ਮਿੱਠੀ ਚੀਜ਼ ਬਣਾ ਲਵਾਂ। ਨਿਹਾਲ ਕੌਰ ਨਹੀਂ ਆਉਣਾ ਕਿਹਨੇ, ਤੇਰੇ ਮੇਰੇ ਮੂੰਹੋਂ ਕੁਛ ਹੋਰ ਸੁਣਦੀ ਹੈ। ਮਨਜੀਤ ਲੱਗਦੇ ਨੇ ਕਹਿ ਦੇ ਮਾਂ ਜੀ, ਕਾਹਨੂੰ ਰੱਖਦੀ ਹੈ ਦਿਲ ਵਿੱਚ। ਨਿਹਾਲ ਕੌਰ ਦੇਖਿਆ ਆਪੇ ਮੇਰੇ ਮੂੰਹ ਵਿੱਚ ਗੱਲ ਪਾਉਂਦੀ ਹੈ, ਫਿਰ ਕਹੂਗੀ ਗਾਲਾਂ ਕੱਢਦੀ ਹੈ, ਨਹੀਂ ਬੜੀ ਖੇਖਣ ਆ ਰਹੀ ਹੈ ਤੂੰ। ਮਨਜੀਤ ਚੰਗਾ ਮਾਂ ਜੀ, ਤੁਸੀਂ ਤਾਂ ਕਿਸੇ ਲੋਟ ਵੀ ਰਾਸ ਨਹੀਂ ਆਉਣਾ। ਅੰਦਰ ਨੂੰ ਚਲੀ ਜਾਂਦੀ ਹੈ। ਨਿਹਾਲ ਕੌਰ ਇਹ ਬਹੂ ਕਰਦੀ ਕੀ ਫਿਰਦੀ ਹੈ ਆਪਣੇ ਆਪ ਨੂੰ, ਮੈਨੂੰ ਤਾਂ ਟੇਚੀ ਜਾਣਦੀ ਹੈ, ਇਹ ਸਮਝਦੀ ਹੈ ਮੁੰਡਾ ਮੇਰੇ ਨਾਲ ਰਾਜ਼ੀ ਹੈ ਤਾਂ ਮੈਨੂੰ ਕਿਸੇ ਦੀ ਕੀ ਪਰਵਾਹ। ਇਹਨੂੰ ਇਹ ਨਹੀਂ ਪਤਾ ਮੁੰਡਾ ਦੂਜਾ ਵਿਆਹ ਕਰਾਉਣ ਤੋਂ ਮੈਂ ਹੀ ਰੋਕਿਆ ਹੋਇਆ, ਹੁਣ ਨਹੀਂ ਮੈਂ ਰੋਕਣਾ, ਇਹਦੇ ਜਿਹੜੀ ਕੁਥਾਊਂ ਬੁਰਕੀ ਪਈ ਹੈ
ਮਨਜੀਤ ਅੰਦਰੋਂ ਹੀ, ਮਾਂ ਜੀ ਖੰਡ ਤਾਂ ਮੁੱਕ ਚੱਲੀ, ਪਰਸੋਂ ਤੁਹਾਡੇ ਪੁੱਤ ਨੇ ਆਉਣਾ ਏ, ਬਾਪੂ ਜੀ ਤੋਂ ਹੋਰ ਮੰਗਾ ਲਓ। ਨਿਹਾਲ ਕੌਰ, ਆਹੋ ਮੁੱਕੂ ਨਾ ਤਾਂ ਹੋਰ ਕੀ ਹੋਊ, ਜੇ ਤੂੰ ਕੁਣਕੇ ਕਰ ਕਰ ਖਵਾਏਂਗੀ ਸਭਾ ਵਾਲਿਆਂ ਨੂੰ। ਮਨਜੀਤ ਅੰਦਰੋਂ ਹੀ, ਮਾਂ ਜੀ ਬੜੇ ਵੱਡੇ ਘਰ ਦੀ ਏ ਸਾਡੀ ਸਕੱਤਰ, ਐਵੇਂ ਨਾ ਸਮਝ ਛੱਡੀ। ਨਿਹਾਲ ਕੌਰ, ਭਈ ਹੋਵੇ ਵੱਡੇ ਘਰ ਦੀ, ਅਸੀਂ ਉਹ ਤੋਂ ਧਾਰ ਨਹੀਂ ਕਢਾਉਣੀ, ਵੱਡੇ ਘਰ ਦੀ ਤਾਂ ਤੁਹਾਡੀ ਸਭਾ ਦੀ ਹੋਈ ਬਣੂਗੀ ਕੁਛ। ਮਨਜੀਤ ਅੰਦਰੋਂ ਹੀ, ਗਿੱਲਾਂ ਵਾਲੇ ਡਾਕਟਰ ਦੀ ਨਹੁੰ ਹੈ, ਘਰ ਵਾਲੇ ਦਾ ਵੱਡਾ ਅਫਸਰ ਹੈ। ਨਿਹਾਲ ਕੌਰ, ਹੋਣੀ ਆ ਕੋਈ ਛੁੱਟੜ, ਵੱਡੇ ਅਫਸਰਾਂ ਦੀਆਂ ਬਹੂਆਂ ਤਾਂ ਨਹੀਂ ਇਹ ਸਭਾ ਦੀਆਂ ਮੈਂਬਰ ਹੀ ਬਣਨਗੀਆਂ, ਹੋਰ ਉਹਨਾਂ ਨੂੰ ਕੰਮ ਹੈ ਕੋਈ। ਮਨਜੀਤ ਅੰਦਰੋਂ ਥਾਲੀ ਵਿੱਚ ਖੰਡ ਤੇ ਘਿਓ ਲੈ ਕੇ ਬਾਹਰ ਆਉਂਦੀ ਹੈ, ਤੁਹਾਨੂੰ ਤਾਂ ਸਭ ਕੁਝ ਛੁੱਟੜ ਹੀ ਲੱਗਦਾ ਮਾਂ ਜੀ, ਕਿਉਂ ਵਿਚਾਰੀਆਂ ਭਲੇ ਘਰਾਂ ਦੇ ਨੂੰ ਬੋਲ ਕਬੋਲ ਬੋਲਦੇ ਹੋ, ਮੈਨੂੰ ਹੀ ਕਹਿ ਲਿਆ ਕਰੋ ਜੋ ਕੁਝ ਕਹਿਣਾ ਹੁੰਦਾ। ਨਿਹਾਲ ਕੌਰ, ਆਹੋ ਤੇਰਾ ਤਾਂ ਛੁੱਟਣ ਨੂੰ ਜੀ ਕਰਦਾ ਹੀ ਹੈ। ਮਨਜੀਤ, ਮੇਰਾ ਤਾਂ ਕੋਈ ਨਹੀਂ ਕਰਦਾ ਜੀ, ਤੁਸੀਂ ਆਪਣੇ ਪੌਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ, ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ, ਤੁਸੀਂ ਕਰੋ ਸਹੀ ਆਪਣੇ ਪੌਦਾ ਦੂਜਾ ਵਿਆਹ, ਮੈਂ ਤੁਹਾਡੇ ਦਰ 'ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ, ਮਰਨ ਵਤ ਧਾਰ ਲੂੰ ਮਹਾਤਮਾ ਗਾਂਧੀ ਵਾਂਗੂ। ਨਿਹਾਲ ਕੌਰ, ਇਹ ਮਰਨ ਦੇ ਡਰਾਵੇ ਤੂੰ ਜਿੰਨੇ ਖੁਸ਼ੀ ਦੇ। ਮਨਜੀਤ ਚੌਂਕੇ ਵੱਲ ਨੂੰ ਜਾਂਦੀ ਹੋਈ, ਚੰਗਾ ਬਈ ਫੇਰ ਤਾਂ ਭੁੱਖੇ ਮਰਨਾ ਹੀ ਪੈਣਾ, ਹੁਣ ਤਾਂ ਕੁਣਕੇ ਖਾ ਲਈਏ ਤੇ ਖਵਾ ਲਈਏ ਸਹੇਲੀਆਂ ਨੂੰ। ਨਿਹਾਲ ਕੌਰ, ਚੰਗਾ ਕਰ ਲੈ ਮਨ ਦੀਆਂ ਮਰਜ਼ੀਆਂ, ਆ ਲੈਣ ਦੇ ਮੁੰਡੇ ਨੂੰ, ਮੈਂ ਹੀ ਨਰਮ ਟੱਕਰੀ ਹਾਂ ਤੈਨੂੰ, ਹੋਰ ਜੱਟੀਆਂ ਵਰਗੀ ਹੋਵਾਂ ਨਾ ਤਾਂ ਖੰਡ ਕੇ ਉਹਨੂੰ ਜਿੰਦੇ ਨਾ ਲਾ ਕੇ ਰੱਖਾਂ। ਮਨਜੀਤ, ਨਰਮ ਤਾਂ ਮਾਂ ਜੀ ਤੁਸੀਂ ਬੜੇ ਹੀ ਹੋ, ਕੜਾਹ ਨਾਲੋਂ ਵੀ ਕੂਲੇ ਹੋ। ਨਿਹਾਲ ਕੌਰ, ਚਬਰ ਚਬਰ ਨਾ ਕਰੀ ਜਾ, ਐ ਮਖੌਲ ਹੀ ਜਾਣ ਲੈਣੇ ਮੈਨੂੰ, ਆਉਣ ਦੇ ਤੇਰੀ ਸਕੱਤਰ ਨੂੰ, ਖਵਾਉਂ ਉਹਨੂੰ ਕੜਾਹ, ਗੁੱਤੋਂ ਫੜ ਕੇ ਬਾਹਰ ਨਾ ਕੱਢ ਦਿੱਤਾ ਦੋਵਾਂ ਨੂੰ। ਬਾਹਰ ਟਾਂਗੇ ਦਾ ਖੜਾਕ ਸੁਣਾਈ ਦਿੰਦਾ ਹੈ। ਮਨਜੀਤ ਉਬਲਦੀ ਚਾਸ ਨੂੰ ਥੱਲੇ ਲਾ ਕੇ ਨੱਸੀ ਜਾਂਦੀ, ਸਕੱਤਰ ਆ ਗਈ ਮਾਂ ਜੀ, ਸਟੇਜ ਦੇ ਪਿੱਛੇ ਚਲੀ ਜਾਂਦੀ ਹੈ। ਨਿਹਾਲ ਕੌਰ, ਨਹੀਂ ਕਿੱਧਰ ਨੱਠ ਚੱਲੀ ਹੁਣ, ਦੇਖੋ ਤਾਂ ਸਹੀ ਦਗੜ ਦਗੜ ਫਿਰਦੀ ਜਿਵੇਂ ਪੇਕਾ ਘਰ ਹੁੰਦਾ ਆਪਣੇ ਆਪ ਨੂੰ, ਠੀਕ ਹੀ ਕੋਈ ਤਕੜੇ ਕਰਦੀ ਹੋਣੀ ਹੈ ਜਿਹੜੀ ਟਾਂਗੇ 'ਤੇ ਆਈ ਹੈ, ਗੁਆਂਢਣ ਵਰਗੀ ਕੰਗਾਲ ਨੇ ਕੀ ਟਾਂਗਲ ਜਾਣਾ, ਪਰ ਨਹੁੰ ਧੀ ਨੂੰ ਐਡਾ ਆਪ ਮੁਹਾਰਾ ਨਹੀਂ ਹੋਣਾ ਚਾਹੀਦਾ, ਇਹ ਕਿਤੇ ਸਹੁਰੇ ਨੇ ਮਸਤਾਤੀ ਘੁੰਡ ਚੁਕਾ ਕੇ, ਹੁਣ ਇਹ ਕਿਸੇ ਤੋਂ ਵੀ ਪੱਲਾ ਨਹੀਂ ਕਰਦੀ, ਬੀਹੇ ਵਿੱਚ ਨੰਗੇ ਮੂੰਹ ਗਾੜ ਜਾ ਖੜਦੀ ਹੈ। ਸਟੇਜ ਦੇ ਪਿੱਛੋਂ ਸੁਖਦੇਵ ਸਿੰਘ ਤੇ ਮਨਜੀਤ ਆਉਂਦੇ ਹਨ, ਇੱਕ ਦੂਜੇ ਦੇ ਹੱਥ ਕੰਘੀ ਪਾਈ। ਨਿਹਾਲ ਕੌਰ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ। ਸੁਖਦੇਵ, ਮਾਂ ਜੀ ਮੱਥਾ ਟੇਕਦਾ। ਨਿਹਾਲ ਕੌਰ, ਜੁਗ ਜੁਗ ਜੀ ਪੁੱਤ, ਤੂੰ ਤਾਂ ਪਰਸੋਂ ਆਉਣਾ ਸੀ, ਅੱਜ ਕਿਵੇਂ ਆ ਗਿਆ, ਉਹ ਤਾਂ ਚੰਗਾ ਹੋਇਆ। ਅੱਗੇ ਵੱਧ ਕੇ ਸੁਖਦੇਵ ਦਾ ਸਿਰ ਆਪਣੀ ਹਿੱਕ ਨਾਲ ਲਾਉਂਦੀ ਹੈ। ਸੁਖਦੇਵ, ਤੈਨੂੰ ਕਿਹਨੇ ਕਿਹਾ ਸੀ ਮਾਂ ਜੀ ਵੀ ਮੈਂ ਪਰਸੋਂ ਆਉਣਾ। ਨਿਹਾਲ ਕੌਰ, ਵੇ ਭਾਈ ਮੁੰਡਿਆ, ਤੇਰੀ ਬਹੂ ਤਾਂ ਬੜੀ ਚਲਾਕ ਹੈ, ਇਸ ਖੇਖਣਾਰੀ ਨੇ ਮੈਨੂੰ ਦੱਸਿਆ ਵੀ ਤੂੰ 27 ਤਰੀਕ ਨੂੰ ਆਉਣਾ। ਮਨਜੀਤ ਮੁਸਕਰਾਈ ਜਾ ਰਹੀ ਹੈ। ਸੁਖਦੇਵ, ਪਰ ਮੈਂ ਤਾਂ ਬਾਪੂ ਜੀ ਨੂੰ ਵੀ ਚਿੱਠੀ ਲਿਖੀ ਸੀ, ਉਹਦੇ ਵਿੱਚ ਵੀ 25 ਤਰੀਕ ਹੀ ਲਿਖੀ ਸੀ। ਮਨਜੀਤ, ਸੁਖਦੇਵ ਜੀ ਬਾਪੂ ਜੀ ਨੂੰ ਤੇ ਮੈਂ ਵੀ ਦੱਸਿਆ ਸੀ ਤਾਂ 25 ਤਰੀਕ ਹੀ ਸੀ, 2 ਕੁ ਦਿਨਾਂ ਬਾਅਦ 27 ਤਰੀਕ ਕਹਿਣ ਲੱਗ ਪਏ, ਤਾਂ ਮੈਂ ਸਮਝਿਆ ਹੁਣ ਇਹਨਾਂ ਨੂੰ ਇਸ ਭੁਲੇਖੇ ਵਿੱਚ ਹੀ ਰਹਿਣ ਦਈਏ, ਕਿਉਂ ਚੰਗਾ ਨਹੀਂ ਹੋਇਆ ਮਾਂ ਜੀ, 2 ਦਿਨ ਪਹਿਲਾਂ ਹੀ ਆ ਗਏ ਸੁਖਦੇਵ ਜੀ। ਨਿਹਾਲ ਕੌਰ, ਚੰਗਾ ਤਾਂ ਹੋਇਆ, ਪਰ ਤੂੰ ਮੁੰਡੇ ਦਾ ਨਾਂ ਕਦੋਂ ਤੋਂ ਲੈਣ ਲੱਗ ਪਈ ਹੈ। ਮਨਜੀਤ, ਇਹਨਾਂ ਨੇ ਆਪ ਹੀ ਲਾਇਆ ਮਾਂ ਜੀ, ਪਿਛਲੀ ਵਾਰੀ ਜਦੋਂ ਛਾਉਣੀ ਰਹੀ ਹਾਂ ਤਾਂ ਇਹਨਾਂ ਨੇ ਨਾਂ ਲੈਣ ਲਾ ਲਿਆ, ਹੁਣ ਮਾਂ ਜੀ ਤੁਹਾਡੇ ਸਾਹਮਣੇ ਲੈਣਾ ਤਾਂ ਨਹੀਂ ਸੀ, ਪਰ ਮੂੰਹ 'ਤੇ ਚੜਿਆ ਹੋਇਆ ਕਿੱਥੇ ਰਹਿੰਦਾ। ਨਿਹਾਲ ਕੌਰ, ਕਿਉਂ ਵੇ ਮੁੰਡਿਆ, ਕੀ ਕਹਿੰਦੀ ਇਹ। ਸੁਖਦੇਵ, ਨਾਂ ਲੈਣ ਵਿੱਚ ਕੀ ਔਗੁਣ ਹੈ ਮਾਂ ਜੀ, ਆਪਣੇ ਪਿੰਡ ਦੀ ਰੱਜੀ ਮੀਤੇ ਦਾ ਨਾਂ ਲੈਂਦੀ ਹੈ ਅਤੇ ਰੂੜੀ ਤਰ੍ਹਾਂ ਤੈਨੂੰ ਕਹਿੰਦੀ ਬੋਲਾ ਏ। ਨਿਹਾਲ ਕੌਰ, ਚੰਗੇ ਲੱਭ ਗਏ ਨੇ ਗਵਾਹ ਨਜ਼ੀਰ ਦੇਣ ਨੂੰ। ਸੁਖਦੇਵ, ਮਾਂ ਜੀ ਆਦਮੀ ਨੂੰ ਘਰ ਦੀ ਤੀਵੀਂ ਸਰਦਾਰ ਜੀ ਕਹਿੰਦੀ ਬੁਰੀ ਲੱਗਦੀ ਹੈ, ਸਾਨੂੰ ਤਾਂ ਦੁਨੀਆ ਦੇ ਕਹਿਣ ਦਾ ਕੁਝ ਅਰਥ ਹੋਏ, ਅਤੇ ਜੇ ਇਹ ਮੈਨੂੰ ਸਰਦਾਰ ਜੀ ਕਹੇ ਤਾਂ ਮੈਂ ਇਹਨੂੰ ਸਰਦਾਰਨੀ ਜੀ ਕਿਹਾ ਕਰਾਂ। ਮੇਰਾ ਮਿੱਤਰ ਸੋਹਣ ਸਿੰਘ ਆਪਣੀ ਵਹੁਟੀ ਨੂੰ ਸਰਦਾਰ ਨਹੀਂ ਕਹਿੰਦਾ, ਸਾਨੂੰ ਤਾਂ ਹਾਸਾ ਆਉਂਦਾ। ਮਨਜੀਤ, ਚੰਗਾ ਮਾਂ ਜੀ ਤੁਸੀਂ ਇਸ ਝਗੜੇ ਨੂੰ ਨਿਪਟਾਓ, ਮੈਂ ਕੜਾਹ ਬਣਾ ਲਵਾਂ। ਔਲ ਕੇ ਚੌਂਕੇ ਵਿੱਚ ਨੂੰ ਜਾਂਦੀ ਹੈ। ਨਿਹਾਲ ਕੌਰ, ਚੰਗਾ ਭਾਈ, ਤੁਹਾਡੇ ਨਵੇਂ ਪੋਚ ਦੇ ਨਵੇਂ ਰਾਹ, ਮੈਂ ਵੀ ਹੁਣ ਤੇਰੇ ਬਾਪੂ ਜੀ ਦਾ ਨਾਂ ਹੀ ਲਿਆ ਕਰੂੰ। ਮਨਜੀਤ ਚੌਂਕੇ ਵਿੱਚ, ਮਾਂ ਜੀ ਦੇਖਿਓ ਕਿਤੇ ਬਾਪੂ ਜੀ ਨੂੰ ਗੁੱਸਾ ਨਾ ਕਰ ਲਿਓ, ਹੋਰ ਕਿਤੇ। ਨਿਹਾਲ ਕੌਰ, ਹੋਰ ਕਿਤੇ ਕੀ, ਵਿਆਹ ਕਰਾ ਲਓ ਦੂਜਾ ਉਹ। ਮਨਜੀਤ, ਸਾਨੂੰ ਕੀ ਪਤਾ ਮਾਂ ਜੀ, ਦੂਜੇ ਵਿਆਹ ਦਾ ਰਿਵਾਜ ਤਾਂ ਤੁਹਾਡੇ ਪਿੰਡ ਹੀ ਹੋਣਾ, ਸਾਡੇ ਪਿੰਡ ਤਾਂ ਕੋਈ ਦੂਜੇ ਵਿਆਹ ਦਾ ਨਾਂ ਨਹੀਂ ਲੈਂਦਾ। ਨਿਹਾਲ ਕੌਰ, ਤੁਹਾਡੇ ਪਿੰਡ ਨਾਂ ਵੀ ਲੈਂਦੀਆਂ ਹੋਣਗੀਆਂ ਤੀਵੀਆਂ ਆਪਣੇ ਆਦਮੀਆਂ ਦਾ। ਮਨਜੀਤ, ਤੁਹਾਡੇ ਪਿੰਡ ਨਹੀਂ ਲੈਂਦੀਆਂ, ਹੁਣੇ ਤਾਂ ਗਣਾਈਆਂ 2 ਸੁਖਦੇਵ ਜੀ ਨੇ। ਨਿਹਾਲ ਕੌਰ ਤੱਪ ਕੇ, ਬਸ ਨਹੀਂ ਬਹੂ, ਮੂੰਹ ਸੰਭਾਲ ਕੇ ਬੋਲ, ਮੈਂ ਨਹੀਂ ਇਸ ਘਰ ਵਿੱਚ ਤੈਨੂੰ ਨਾਂ ਲੈਣ ਦੇਣਾ ਆਪਣੇ ਪੁੱਤ ਦਾ। ਸੁਖਦੇਵ, ਮਾਂ ਜੀ ਸਰਦਾਰ ਜੀ ਮੈਂ ਵੀ ਨਹੀਂ ਕਹਾਉਣਾ। ਮਨਜੀਤ, ਚੰਗਾ ਫਿਰ ਮੈਂ ਮਾਂ ਜੀ ਦੇ ਪੁੱਤ ਜੀ ਕਹਿ ਦਿਆ ਕਰੂੰ। ਨਿਹਾਲ ਕੌਰ, ਦੇਖ ਲੈ ਹੈਂ ਵੜਦੀ ਮੂੰਹ ਜ਼ਬਾਨ 'ਚ। ਸੁਖਦੇਵ,
ਪਰ ਮਾਂ ਜੀ ਹੋਰ ਕਵੇ ਵੀ ਕੀ, ਜੇ ਕੋਈ ਮੁੰਡਾ ਕੁੜੀ ਹੋਵੇ ਤਾਂ ਉਹਨਾਂ ਦਾ ਪਿਓ ਕਹਿ ਕੇ ਬੁਲਾ ਲਿਆ ਕਰੇ, ਹੁਣ ਤਾਂ ਤੇਰਾ ਪੁੱਤ ਕਹਿ ਕੇ ਬੁਲਾਉਣਾ ਪਊ। ਨਿਹਾਲ ਕੌਰ ਗੁੱਸੇ ਨਾਲ, ਮੁੰਡਾ ਕੁੜੀ ਹੋ ਚੁੱਕੇ ਇਹਦੇ, 2.5 ਸਾਲ ਹੋਏ ਵਿਆਹ ਨੂੰ ਤੇ ਮੁੰਡਾ ਕੁੜੀ ਹੁੰਦੇ ਨੂੰ। ਮਨਜੀਤ, ਇਸੇ ਕਰਕੇ ਤਾਂ ਮਾਂ ਜੀ ਨੇ ਤੁਹਾਡਾ ਦੂਜੇ ਵਿਆਹ ਦਾ ਪ੍ਰਬੰਧ ਕਰ ਛੱਡਿਆ ਹੋਇਆ ਹੈ। ਨਿਹਾਲ ਕੌਰ, ਪ੍ਰਬੰਧ ਕੀਤਾ ਤਾਂ ਨਹੀਂ, ਪਰ ਕਰਨਾ ਪਊ ਤੇਰੇ ਇਹਨਾਂ ਲੱਛਣਾਂ ਤੋਂ। ਸੁਖਦੇਵ, ਹਾਂ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮਾਂ ਜੀ ਮੇਰੇ ਦੂਜੇ ਵਿਆਹ ਦਾ। ਮਨਜੀਤ ਮੇਰੇ ਕੋਲ ਚਾਹੁੰਦੀ ਰਿਹਾ ਕਰੂ ਅਤੇ ਤੁਹਾਡੀ ਦੂਜੀ ਨੌ ਤੁਹਾਡੀ ਸੇਵਾ ਕਰਿਆ ਕਰੂ। ਨਿਹਾਲ ਕੌਰ, ਕਿਉਂ ਮੇਰੀ ਸੇਵਾ ਕਿਉਂ ਕਰੂ ਉਹ ਸੁੱਖੀ ਸਾਂਦੀ। ਮਨਜੀਤ, ਨਹੀਂ ਨਹੀਂ, ਮਾਂ ਜੀ ਦੀ ਸੇਵਾ ਕਰਨ ਨੂੰ ਮੈਂ ਰਹੂੰ ਇੱਥੇ, ਮਾਂ ਜੀ ਨੂੰ ਮੇਰੀ ਸੇਵਾ ਬਹੁਤ ਪਸੰਦ ਆਈ ਲੱਗਦੀ ਹੈ। ਨਿਹਾਲ ਕੌਰ ਸੁਖਦੇਵ ਵੱਲ, ਵੇ ਆ ਪੁੱਤ, ਮੂੰਹ ਹੱਥ ਧੋ ਕੇ ਕੱਪੜੇ ਬਦਲ, ਥੱਕਿਆ ਹੋਵੇਂਗਾ, ਇਹਨੇ ਕਿਹਾ ਵਿਆਹ ਵਿੱਚ 20 ਦਾ ਲੇਖਾ ਪਾ ਦਿੱਤਾ। ਮਨਜੀਤ, ਨਹੀਂ ਮਾਂ ਜੀ, ਕੜਾਹ ਵਿੱਚ ਵਿਆਹ ਦਾ ਲੇਖਾ, ਕੜਾਹ ਤਾਂ ਤਿਆਰ ਹੋ ਗਿਆ, ਵਿਆਹ ਦੀ ਦੇਖੋ। ਸੁਖਦੇਵ, ਆਓ ਮਾਂ ਜੀ ਕੋਈ ਹੋਰ ਗੱਲ ਕਰੀਏ। ਸੁਖਦੇਵ ਤੇ ਨਿਹਾਲ ਕੌਰ ਸਟੇਜ ਪਿੱਛੇ ਜਾਂਦੇ ਹਨ। ਮਨਜੀਤ ਉੱਚੀ, ਮੈਂ ਕਿਹਾ ਜੀ ਸੁਖਦੇਵ ਜੀ ਕਾਂ ਤਾਂ ਮਾਂ ਜੀ ਗੁੱਸੇ ਹੁੰਦੇ ਨੇ, ਸਰਦਾਰ ਜੀ ਕਾਂ ਤੁਸੀਂ ਨਹੀਂ ਮੰਨਦੇ, ਮੈਂ ਹੁਣ ਕੀ ਕਹਾਂ। ਸੁਖਦੇਵ, ਕਿਉਂ ਕੀ ਗੱਲ ਹੈ ਮਨਜੀਤ ਜੀ। ਮਨਜੀਤ, ਪਾਣੀ ਗਰਮ ਹੈ, ਗੁਸਲਖਾਨੇ ਵਿੱਚ ਰੱਖਾਂ ਕਿ ਬਾਹਰ ਹੀ ਬਟਰ ਰੱਖ ਦਿਆਂ। ਸੁਖਦੇਵ ਅੰਦਰੋਂ ਬਾਹਰ ਆਉਂਦਿਆਂ ਹੋਇਆ, ਗੁਸਲਖਾਨੇ ਵਿੱਚ ਰੱਖੋ। ਮਨਜੀਤ, ਜਾਓ ਤੁਸੀਂ ਚੌਂਕੇ ਵਿੱਚ 1 ਮਿੰਟ ਖੜ੍ਹੇ ਹੋਵੋ, ਮੈਂ ਪਾਣੀ ਰੱਖ ਆਵਾਂ। ਮਨਜੀਤ ਪਾਣੀ ਦੀ ਬਾਲਟੀ ਚੁੱਕ ਕੇ ਸਟੇਜ ਪਿੱਛੇ ਜਾਂਦੀ ਹੈ। ਸੁਖਦੇਵ, ਮਾਂ ਜੀ ਅੱਜ ਰਸੋਈ ਵਿੱਚ ਬੜੀਆਂ ਖੁਸ਼ਬੂਆਂ ਆਉਂਦੀਆਂ ਨੇ। ਨਿਹਾਲ ਕੌਰ ਬਾਹਰ ਆਉਂਦੀ ਹੋਈ, ਕਿਉਂ ਨਾ ਆਉਣ ਖੁਸ਼ਬੂਆਂ ਪੁੱਤ, ਸਾਨੂੰ ਤਾਂ ਚੜ੍ਹ ਚੰਨ ਪਿਆ ਆਉਣ ਤੇਰੇ ਦਾ। ਸੁਖਦੇਵ, ਦਿਨੇ ਹੀ ਚੰਦ ਚੜ੍ਹ ਗਿਆ ਮਾਂ ਜੀ। ਨਿਹਾਲ ਕੌਰ, ਆਹੋ ਦਿਨੇ ਹੀ, ਤੁਹਾਡੇ ਨਹੀਂ ਬਾਰਿਆ ਹੁੰਦਾ ਗੱਲਾਂ ਵਿੱਚ ਤੀਵੀਂ ਖਸਮ ਦੇ। ਸੁਖਦੇਵ, ਤੇ ਜੇ 2 ਤੀਵੀਆਂ ਹੋ ਗਈਆਂ ਫੇਰ। ਮਨਜੀਤ ਬਾਹਰ ਆਉਂਦੀ ਹੋਈ, ਚਲੋ ਜੀ ਤੁਸੀਂ ਨਹਾ ਲਓ ਜਲਦੀ ਜਲਦੀ, ਰੋਟੀ ਤਿਆਰ ਹੈ। ਨਿਹਾਲ ਕੌਰ ਨੂੰ, ਕਿਉਂ ਮਾਂ ਜੀ ਆਟਾ ਬਹੁਤਾ ਤਾਂ ਨਹੀਂ, ਠੀਕ ਕਰਲਾਉਂਦਾ ਸੀ ਨਾ, ਕਿਉਂ ਕਿ ਨਹੀਂ। ਹੁਣ ਤੁਸੀਂ ਚਰਖਾ ਚੁੱਕ ਦਿਓ ਅਤੇ ਰਸੋਈ ਵੱਲ ਜ਼ਰਾ ਧਿਆਨ ਦਿਓ, ਮੈਂ ਤੁਹਾਡੇ ਪੁੱਤ ਦਾ ਗੁਸਲ ਕਰ ਦੇਵਾਂ। ਸੁਖਦੇਵ, ਮਨਜੀਤ ਜੀ ਕਰੋ ਕੰਮ ਤੁਸੀਂ, ਮੈਂ ਕਰ ਲੂੰ ਗੁਸਲ ਆਪੇ। ਬਾਬੂ ਜੀ ਖੇਤੋਂ ਕਦੋਂ ਕੁ ਆਉਣਗੇ। ਮਨਜੀਤ, ਆਉਣ ਵਾਲੇ ਹੀ ਨੇ, ਉਹਨਾਂ ਨੂੰ ਤਾਂ ਤੁਹਾਡੇ ਆਉਣ ਦੀ ਉਡੀਕ ਅੱਜ ਹੈਗੀ। ਸੁਖਦੇਵ, ਚੰਗਾ ਮੈਂ ਨਹਾ ਕੇ ਆਪ ਹੀ ਜਾ ਮਿਲੂੰ ਖੇਤ ਵਿੱਚ, ਅਤੇ ਜੇ ਉਹ ਨਾ ਆਏ ਤਾਂ ਰੋਟੀ ਮੈਂ ਹੀ ਲੈ ਜੂ ਉਹਨਾਂ ਦੀ। ਸਟੇਜ ਪਿੱਛੇ ਗੁਸਲਖਾਨੇ ਚਲਾ ਜਾਂਦਾ ਹੈ। ਨਿਹਾਲ ਕੌਰ, ਆਹੋ ਹੁਣ ਨੱਠ ਜਾਈਂ ਖੇਤ ਨੂੰ, ਸਾਡੇ ਕੋਲ ਨਾ ਬੈਠੀ ਭੋਰਾ ਚਿਰ। ਮਨਜੀਤ, ਕੋਈ ਨਹੀਂ ਮਾਂ ਜੀ, ਬਾਪੂ ਜੀ ਤਾਂ ਆਉਣ ਵਾਲੇ ਨੇ, ਉਹਨਾਂ ਦੀ ਰੋਟੀ ਦਾ ਵੀ ਵੇਲਾ ਹੋਇਆ, ਖਬਰਾਂ ਹੱਟੀ 'ਤੇ ਅਟਕ ਗਏ ਹੋਣ, ਕਿਸੇ ਨੇ ਗੱਲ ਹੀ ਪੈ ਗਏ ਹੋਣਗੇ। ਨਿਹਾਲ ਕੌਰ, ਅੱਜ ਡਾਕੀਏ ਨੇ ਵੀ ਆਉਣਾ, ਬੀਬੀ ਦੀ ਚਿੱਠੀ ਨਹੀਂ ਆਈ ਕਿੰਨੇ ਚਿਰ ਦੀ, ਸੁੱਖ ਹੋਵੇ। ਮਨਜੀਤ, ਸੁੱਖ ਹੀ ਹੋਊ ਮਾਂ ਜੀ, ਚਿੱਠੀ ਨਾ ਆਵੇ ਤਾਂ ਸੌਖੀ ਹੁੰਦੀ ਹੈ। ਨਿਹਾਲ ਕੌਰ, ਆਹੋ ਸੌਖੀ ਹੁੰਦੀ ਹੈ, ਤੈਨੂੰ ਕੋਈ ਤੇ ਹੈ ਮੇਰੀ ਧੀ ਦਾ ਵੀ ਉਹਦੀ ਚਿੱਠੀ ਉਡੀਕੇ। ਮਨਜੀਤ, ਤੇ ਤੋਂ ਬਿਨਾਂ ਹੀ ਮਾਂ ਜੀ 2 ਚਿੱਠੀਆਂ ਪਾ ਚੁੱਕੀ ਹਾਂ, ਆਪਣੀ ਧੀ ਨੂੰ ਤਾਂ ਪੁੱਛਿਓ ਕਦੇ ਕਿੰਨਾ ਪਿਆਰ ਕਰਦੀ ਹੋ ਉਹਨੂੰ। ਨਿਹਾਲ ਕੌਰ, ਨਹੀਂ ਉਹੀ ਤੈਨੂੰ ਪਿਆਰ ਕਰਦੀ ਨਹੀਂ ਰੱਜਦੀ, ਤੂੰ ਕਿੱਥੋਂ ਪਿਆਰ ਕਰਨ ਵਾਲੀ ਹੈ ਖੁੱਟਰੀ। ਮਨਜੀਤ, ਚੰਗਾ ਮਾਂ ਜੀ ਨਾ ਮੰਨੋ, ਤਕੜੇ ਦਾ 37ਵੀਂ ਹੀ 100, ਜ਼ਰਾ ਕੋ ਅਟਕੇ, ਮੇਰੇ ਖਿਆਲ ਹੈ ਮੈਂ ਚਟਨੀ ਵੀ ਰਗੜ ਹੀ ਲਵਾਂ ਪੁਦੀਨੇ ਦੀ। ਨਿਹਾਲ ਕੌਰ, ਨਹੀਂ ਤੂੰ ਫੁਲਕੇ ਲਾ ਲੈ, ਮੈਂ ਚਟਨੀ ਰਗੜਦੀ ਹਾਂ, ਪੁਦੀਨਾ ਤੋੜ ਲਿਆਵਾਂ ਹਵੇਲੀ 'ਚੋਂ। ਨਿਹਾਲ ਕੌਰ ਸਟੇਜ ਪਿੱਛੇ ਚਲੀ ਜਾਂਦੀ ਹੈ ਅਤੇ ਮਨਜੀਤ ਫੁਲਕੇ ਲਾਹੁਣ ਲੱਗ ਜਾਂਦੀ ਹੈ। ਮਨਜੀਤ, ਸੁਖਦੇਵ ਜੀ ਕਰ ਚੁੱਕੇ ਇਸ਼ਨਾਨ, ਕੋਈ ਚੀਜ਼ ਨਹੀਂ ਚਾਹੀਦੀ। ਸੁਖਦੇਵ ਨਹਾ ਕੇ ਸਟੇਜ 'ਤੇ ਆਉਂਦਾ ਹੈ, ਚਾਹੀਦਾ ਤਾਂ ਬਹੁਤ ਕੁਝ ਹੈ, ਪਰ ਦੁਨੀਆ 'ਚ ਜਿੰਨਾ ਕੁਝ ਮਿਲੇ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ। ਮਨਜੀਤ, ਦੂਜੇ ਵਿਆਹ ਦੀ ਘਾਟ ਹੈ, ਉਹ ਮਾਂ ਜੀ ਕਰਵਾ ਦੇਣ ਨੂੰ ਤਿਆਰ ਨੇ। ਸੁਖਦੇਵ ਮੁਸਕਰਾ ਕੇ, ਮਾਂ ਜੀ ਵਿਚਾਰੀ ਦਾ ਵੀ ਕੀ ਕਸੂਰ ਹੈ ਇਹਦੇ ਵਿੱਚ ਮਨਜੀਤ ਜੀ, ਸਾਰੀ ਉਮਰ ਬਾਪੂ ਜੀ ਵੱਲੋਂ ਵਿਚਾਰੀ ਨੂੰ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ, ਸੋ ਇਹਦੇ ਭਾਣੇ ਇਸਤਰੀ ਉੱਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਵੀ ਓਨੀ ਜ਼ਰੂਰੀ ਹੈ ਜਿਤਨੀ ਟਾਂਗੇ ਦੇ ਘੋੜੇ ਲਈ ਛਾਂਟ। ਮਨਜੀਤ, ਅਤੇ ਕਦੇ ਕਦੇ ਇਹ ਛਾਂਟ ਵੱਜ ਵੀ ਜਾਂਦੀ ਹੈ ਕਿਸੇ ਹਿਮਾਤੜ ਦੇ। ਸੁਖਦੇਵ, ਪਰ ਅਸਾਂ ਤਾਂ ਇਹ ਛਾਂਟ ਸੋਟੀ ਛੱਡੀ ਹੋਈ ਹੈ। ਮਨਜੀਤ, ਤੁਹਾਡੀ ਛੁੱਟੀ ਮਾਂ ਜੀ ਨੇ ਚੁੱਕ ਲਈ ਜਾਪਦੀ ਹੈ, ਪਰ ਬਾਪੂ ਜੀ ਐਡੇ ਸਖਤ ਹੁੰਦੇ ਸਨ ਦੂਜੇ ਵਿਆਹ ਦਾ ਡਰਾਵਾ ਦੇਣ ਵਾਲੇ। ਸੁਖਦੇਵ, ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ, ਸਰਦਾਰ ਬਣਨ ਵੇਲੇ ਤੱਕ 1 ਮੁੰਡਾ ਅਤੇ 1 ਕੁੜੀ, ਮੈਂ ਅਤੇ ਭੈਣ ਜੀ ਹੀ ਪੈਦਾ ਹੋਏ, ਅਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਅਤੇ ਦੂਜਾ ਵਿਆਹ ਕਰਵਾ ਲਿਆ। ਪਰ ਸਾਡੀ ਮਾਂ ਜੀ ਦੀ ਕਿਸਮਤ ਸਮਝੋ ਜਾਂ ਕੁਛ ਹੋਰ, ਸਾਡੀ ਮਤਰੇਈ ਦੇ ਕੋਈ ਸੰਤਾਨ ਨਾ ਹੋਈ ਅਤੇ 5 ਕੁ ਸਾਲ ਬਾਅਦ ਹੀ ਬਿਮਾਰ ਹੋ ਕੇ ਮਰ ਗਈ। ਮਾਂ ਜੀ ਸ਼ਾਇਦ ਉਸ ਕਣਤ ਦਾ ਬਦਲਾ ਕਿਸੇ ਤੋਂ ਲੈਣਾ ਚਾਹੁੰਦੇ ਨੇ। ਉਹ 5 ਸਾਲ ਮਾਂ ਜੀ ਦੇ ਬਹੁਤ ਕਲੇਸ਼ 'ਤੇ ਗੁਜ਼ਰੇ ਸਨ, ਅਤੇ ਸ਼ਾਇਦ ਮਾਂ ਜੀ ਨੂੰ ਪੋਤਾ ਪੋਤੀ ਨਾ ਹੋਣ ਦਾ ਵੀ ਰੋਸ ਹੈ ਤੇਰੇ 'ਤੇ। ਮਨਜੀਤ ਆਵਾਜ਼ ਦਿੰਦੀ ਹੈ, ਮਾਂ ਜੀ ਆ ਜਾਓ, ਬਥੇਰਾ ਹੋ ਗਿਆ ਹੋਣਾ ਹੈ ਪੁਦੀਨਾ। ਨਿਹਾਲ ਕੌਰ ਸਟੇਜ 'ਤੇ ਆਉਂਦੀ ਹੋਈ, ਕੀ ਚੁਗਲੀਆਂ ਕਰਦੇ ਸੀ ਮੇਰੀਆਂ। ਮਨਜੀਤ, ਨਹੀਂ ਮਾਂ ਜੀ ਤੁਹਾਡੀਆਂ ਚੁਗਲੀਆਂ ਨਹੀਂ ਸੀ ਕਰਦੇ, ਦੂਜੇ ਵਿਆਹ ਦੀਆਂ ਸਲਾਹਾਂ ਕਰਦੇ ਸੀ। ਨਿਹਾਲ ਕੌਰ, ਗੱਲਾਂ ਆਉਂਦੀਆਂ ਨੇ ਪੁੱਟ ਪੁੱਟ,
ਮੁੰਡਾ ਮੇਰਾ ਮੋਮ ਦੀ ਨੱਕ ਹੈ, ਜਿੱਧਰ ਮਰਜ਼ੀ ਹਟਾ ਲੈ। ਸੁਖਦੇਵ, ਨਹੀਂ ਮਾਂ ਜੀ, ਮੈਂ ਹੀ ਕਹਿੰਦਾ ਸੀ ਕਿ ਮਾਂ ਜੀ ਦਾ ਉਲਾਂਭਾ ਲਾ ਦੀਏ, 5 ਕੁ ਸਾਲ ਲਈ ਦੂਜਾ ਵਿਆਹ ਕਰਵਾ ਹੀ ਲਈਏ। ਨਿਹਾਲ ਕੌਰ ਕੁੰਡੀ ਵਿੱਚ ਪੁਦੀਨਾ ਤੇ ਗੰਢੇ ਕੱਟ ਕੇ ਪਾਉਂਦੀ ਹੋਈ, ਮੈਂ ਸਮਝ ਗਈ ਤੇਰੀ ਗੱਲ ਪੁੱਤ। ਸੁਖਦੇਵ, ਪਰ ਜੇ 5 ਸਾਲਾਂ ਬਾਅਦ ਉਹ ਨਾ ਮਰੀ ਤਾਂ ਫੇਰ ਕੀ ਕਰਾਂਗੇ? ਨਿਹਾਲ ਕੌਰ, ਸਮਝ ਗਈ ਮੈਂ, ਮੈਨੂੰ ਮੂਲੋਂ ਹੀ ਨਾ ਭੋਲੀ ਸਮਝੋ। ਮੇਰੀ ਗੱਲ ਪੇਸ਼ ਲਿਆਉਂਦੇ ਤੁਸੀਂ, ਪਰ ਮੈਂ ਤਾਂ ਬੇਗੁਨਾਹ ਸੀ ਤਾਂ ਰੱਬ ਨੇ ਮੇਰੀ ਸੁਣ ਲਈ। ਸੁਖਦੇਵ, ਤੇ ਮਨਜੀਤ ਨੇ ਕੀ ਗੁਨਾਹ ਕੀਤਾ ਮਾਂ ਜੀ? ਤੇ ਉਸ ਵਿਚਾਰੀ ਨੇ ਕੀ ਗੁਨਾਹ ਕੀਤਾ ਹੋਣਾ ਜਿਹਨੂੰ ਵਿਆਹ ਕੀ ਲਈ ਤੇ 5 ਸਾਲਾਂ ਬਾਅਦ ਮਾਰ ਦੀਏ? ਨਿਹਾਲ ਕੌਰ, ਵੇ ਮੈਂ ਮਾਰੀ ਸੀ ਉਹ? ਸੁਖਦੇਵ, ਉਹ ਤਾਂ ਨਹੀਂ ਸੀ ਤੂੰ ਮਾਰੀ, ਇਹ ਤਾਂ ਮਾਰਨੀ ਪਊ ਨਾ। ਨਿਹਾਲ ਕੌਰ, ਬਸ ਕਰ ਵੇ ਮੁੰਡਿਆ, ਐਂ ਵਾਧੂ ਨਾ ਗੱਲਾਂ ਕਰਿਆ ਕਰ। ਮਨਜੀਤ, ਆਹੋ ਮਾਂ ਜੀ, ਇਹਨਾਂ ਨੂੰ ਤਾਂ ਵਾਧੂ ਗੱਲਾਂ ਦੀ ਆਦਤ ਹੈ। ਲਓ ਹੁਣ ਫੁਲਕੇ ਪੱਕ ਗਏ, ਤੁਸੀਂ ਮਾਂ ਪੁੱਤ ਰੋਟੀ ਖਾਓ ਬੈਠ ਕੇ। ਤੁਸੀਂ ਵੀ ਸੁਖਦੇਵ ਹੋਰਾਂ ਕੋਲ ਚਲੋ ਜਾਓ, ਬੈਠੋ ਕੁਰਸੀ 'ਤੇ, ਮੈਂ ਸਟੂਲ ਰੱਖਦੀ ਹਾਂ ਅਤੇ ਤੁਹਾਨੂੰ ਰੋਟੀ ਪਾਉਂਦੀ ਹਾਂ। ਨਿਹਾਲ ਕੌਰ, ਮੈਂ ਫੇਰ ਖਾ ਲੂੰ, ਤੂੰ ਮੁੰਡੇ ਨੂੰ ਖਾ ਪਹਿਲਾਂ, ਕੱਲ੍ਹ ਦਾ ਭੁੱਖਾ ਆਊ, ਗੱਡੀ ਵਿੱਚ ਕੋਈ ਰੋਟੀ ਦਾ ਹੱਜ ਹੁੰਦਾ। ਸੁਖਦੇਵ, ਮਾਂ ਜੀ ਤੁਸੀਂ ਮੇਰੇ ਕੋਲ ਆ ਜਾਓ, ਮਨਜੀਤ ਖਵਾਉਂਦੀ ਹੈ ਰੋਟੀਆਂ ਦੋਹਾਂ ਨੂੰ ਆਪਾਂ ਨੂੰ। ਨਿਹਾਲ ਕੌਰ, ਚੰਗਾ ਭਾਈ, ਮੈਂ ਤੇਰੇ ਕੋਲ ਬੈਠ ਜਾਂਦੀ ਹਾਂ, ਪਰ ਰੋਟੀ ਤੇਰੇ ਪਿਓ ਆਏ ਤੋਂ ਹੀ ਖਾਊਂ। ਉੱਠ ਕੇ ਸੁਖਦੇਵ ਕੋਲ ਕੁਰਸੀ 'ਤੇ ਬੈਠਦੀ ਹੈ। ਮਨਜੀਤ ਦੋਹਾਂ ਅੱਗੇ ਇੱਕ ਇੱਕ ਤਪਾਈਲੀਆ ਰੱਖਦੀ ਹੈ ਅਤੇ ਥਾਲੀ ਵਿੱਚ ਰੋਟੀ ਪਾ ਲਿਆਉਂਦੀ ਹੈ। ਸੁਖਦੇਵ ਕੜਾਹ ਵੱਲ ਦੇਖ ਕੇ, ਇੰਨਾ ਕੜਾਹ ਤਾਂ ਨਹੀਂ ਖਾਣਾ ਮੈਂ ਮਨਜੀਤ ਜੀ, ਅੱਧਾ ਕਰ ਲਿਓ। ਨਿਹਾਲ ਕੌਰ, ਵੇ ਪੁੱਤ, ਇੰਨਾ ਕੜਾਹ ਤਾਂ ਮੈਂ ਖਾ ਲੈਂਦੀ ਹਾਂ, ਤੂੰ ਅੱਧਾ ਕਰਾਉਣਾ ਹੈ? ਸੁਖਦੇਵ, 2 ਵਾਰੀ ਕਰਕੇ ਤਾਂ ਖਾ ਲੂੰ ਮਾਂ ਜੀ, ਭਰੀ ਹੋਈ ਪਲੇਟ ਤੋਂ ਤਾਂ ਡਰ ਆਉਂਦਾ ਹੈ। ਮਨਜੀਤ, ਖਾ ਲਓ, ਬਚ ਤਾਂ ਮੈਂ ਖਾ ਲਊਂ। ਸੁਖਦੇਵ, ਤੇ ਆ ਤੂੰ ਵੀ ਬੈਠ ਜਾ। ਮਨਜੀਤ, ਨਹੀਂ, ਰਸੋਈ ਵਿੱਚ ਕਾਊਂ ਕੁੱਤੇ ਪੈਣਗੇ, ਮੈਂ ਫਿਰ ਖਾ ਲਊਂ। ਡਾਕੀਆ ਸਟੇਜ ਪਿੱਛੋਂ, ਬੇਬੇ ਜੀ ਚਿੱਠੀ ਲੈ ਲਓ। ਮਨਜੀਤ ਡਾਕੀਏ ਵੱਲ ਨੂੰ ਜਾਂਦੀ ਹੋਈ, ਲਿਆ ਭਾਈ। ਚਿੱਠੀਆਂ ਲੈ ਕੇ ਸੁਖਦੇਵ ਪਾਸ ਲਿਆ ਰੱਖਦੀ ਹੈ ਅਤੇ ਸੁਖਦੇਵ ਨੂੰ, ਤੁਸੀਂ ਰੋਟੀ ਖਾ ਲਓ ਫਿਰ ਚਿੱਠੀਆਂ ਖੋਲ੍ਹਣਾ, ਹੋਰ ਫੁਲਕਾ ਲਿਆਵਾਂ? ਸੁਖਦੇਵ ਸਿਰ ਮਾਰ ਕੇ, ਨਹੀਂ ਨਹੀਂ ਬਸ। ਮਨਜੀਤ ਚਿੱਠੀਆਂ ਵਿੱਚੋਂ ਇੱਕ ਚੁੱਕ ਕੇ, ਆਹ ਤਾਂ ਬੀਬੀ ਜੀ ਦੀ ਚਿੱਠੀ ਹੈ, ਪੜ੍ਹ ਲੈਂਦੀ ਹੈ ਅਤੇ ਛੇਤੀ ਛੇਤੀ ਪੜ੍ਹ ਕੇ ਵਾਪਸ ਰੱਖ ਦਿੰਦੀ ਹੈ। ਸੁਖਦੇਵ ਚਿੱਠੀ ਚੁੱਕਦਾ ਹੈ। ਸੁਖਦੇਵ ਮਨਜੀਤ ਨੂੰ, ਕਿਉਂ, ਕੀ ਲਿਖਿਆ ਭੈਣ ਜੀ ਨੇ? ਮਨਜੀਤ ਉਦਾਸ ਆਵਾਜ਼ ਵਿੱਚ, ਪੜ੍ਹ ਲਵੋ। ਨਿਹਾਲ ਕੌਰ, ਸੁਣਾ ਪੁੱਤ, ਪੜ੍ਹ ਕੇ ਮੇਰੀ ਧੀ ਦੀ ਚਿੱਠੀ। ਸੁਖਦੇਵ, ਕੀ ਸੁਣਾਵਾਂ ਮਾਂ ਜੀ, ਭੈਣ ਜੀ ਤਾਂ ਬੜੇ ਦੁਖੀ ਨੇ। ਨਿਹਾਲ ਕੌਰ, ਇਹ ਤਾਂ ਮੈਨੂੰ ਪਤਾ ਹੀ ਸੀ, ਪ੍ਰਾਹੁਣਾ ਨਹੀਂ ਸਾਡਾ ਕਿਸੇ ਕੰਮ ਦਾ। ਕੀ ਲਿਖਦੀ ਹੈ ਬੀਬੀ? ਸੁਖਦੇਵ, ਲਿਖਦੀ ਹੈ ਬਈ ਬਲਵੰਤ ਸਿੰਘ ਹੋਰੀ ਸ਼ਰਾਬ ਬਹੁਤ ਪੀਣ ਲੱਗ ਪਏ ਨੇ, ਅੱਧੀ ਅੱਧੀ ਰਾਤ ਤੱਕ ਘਰ ਨਹੀਂ ਆਉਂਦੇ, ਭੈਣ ਜੀ ਅੱਗੋਂ ਕੁਝ ਬੋਲਦੇ ਨੇ ਤਾਂ ਮਾਰਨ ਪੈਂਦੇ ਨੇ, ਆਖਦੇ ਨੇ ਮੈਂ ਦੂਜਾ ਵਿਆਹ ਕਰਵਾਉਣਾ। ਨਿਹਾਲ ਕੌਰ ਅੱਖਾਂ ਵਿੱਚ ਹੰਝੂ ਭਰ ਕੇ, ਕਿਉਂ, ਦੂਜਾ ਵਿਆਹ ਕਿਉਂ ਕਰਵਾ ਲੈਣਾ? ਅਤੇ ਬੀਬੀ ਕਾਹਨੂੰ ਰੋਕਦੀ ਹੈ ਸ਼ਰਾਬ ਤੋਂ? ਪਿਆ ਹੋਵੇ ਪੀ ਲਵੇ, ਜਿੰਨੀ ਮਰਜ਼ੀ ਸ਼ਰਾਬ ਪੀ ਹੁੰਦੀ ਹੈ, ਉਹ ਐਵੇਂ ਮੁਕਤ ਦਾ ਆਪਣੀ ਜਾਨ ਨੂੰ ਕਲੇਸ਼ ਪਾਉਂਦੀ ਹੈ। ਸੁਖਦੇਵ, ਪਰ ਵਿਆਹ ਤਾਂ ਉਹ ਇਸ ਕਰਕੇ ਕਰਾਉਣਾ ਚਾਹੁੰਦੇ ਨੇ ਕਿ ਭੈਣ ਜੀ ਦੇ ਮੁੰਡਾ ਕੋਈ ਨਹੀਂ। ਨਿਹਾਲ ਕੌਰ, ਹੋ ਜੂ ਮੁੰਡਾ, ਮੇਰੀ ਧੀ ਕੋਈ ਬੁੜੀ ਹੋ ਗਈ ਹੈ ਹੁਣੇ, 2 ਕੁੜੀਆਂ ਕੋਈ ਬਹੁਤੀਆਂ ਹੁੰਦੀਆਂ ਨੇ, ਦੂਜੀ ਨੂੰ ਵੀ ਜੇ ਕੁੜੀਆਂ ਹੋਈਆਂ ਤਾਂ ਕੀ ਕਰੂ? ਸੁਖਦੇਵ, ਫਿਰ ਤੀਜਾ ਵਿਆਹ ਕਰਾ ਲਊ, ਪਰ ਆਪਾਂ ਨੂੰ ਤਾਂ ਹੁਣ ਦੂਜੇ ਦਾ ਹੀ ਦੁੱਖ ਹੈ ਨਾ। ਨਿਹਾਲ ਕੌਰ ਡੁਸਕ ਕੇ, ਨੀ ਬਹੂ ਮੈਨੂੰ ਮਾਫ਼ ਕਰੀ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ, ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ। ਮੇਰੀ ਧੀ ਤੇ ਹੋਣੀ ਕਿਹੜੇ ਪਾਪਾਂ ਦਾ ਫਲ ਹੋ ਕੇ ਬੀਤਦੀ ਹੈ। ਜਿਹੜੇ ਬਹੂ ਮੈਂ ਤੈਨੂੰ ਬੋਲ ਕਬੋਲ ਕਹੇ ਨੇ, ਉਹਨਾਂ ਬੋਲਾਂ ਦੀ ਮੈਂ ਤੇਤੋਂ ਤੇ ਵਾਹਿਗੁਰੂ ਤੋਂ ਮਾफ़ੀ ਮੰਗਦੀ ਹਾਂ। ਮਨਜੀਤ, ਕੋਈ ਨਹੀਂ ਮਾਂ ਜੀ, ਰੋਵੋ ਨਾ, ਹੁਣ ਜ਼ਮਾਨਾ ਬਦਲ ਰਿਹਾ ਹੈ, ਇਸਤਰੀ ਦੀ ਜਾਤ ਹੁਣ ਇੰਨੀ ਬੇਵਸ ਨਹੀਂ, ਬੀਬੀ ਦੇ ਉਸ ਦੁੱਖ ਦਾ ਇਲਾਜ ਸਾਡੀ ਇਸਤਰੀ ਸਭਾ ਕਰ ਲਊਗੀ। ਨਿਹਾਲ ਕੌਰ, ਇਸਤਰੀ ਸਭਾ ਕੀ ਇਲਾਜ ਕਰੂ? ਦੱਸ ਨੀ ਬਹੂ, ਛੇਤੀ ਮੇਰੇ ਮਨ ਨੂੰ ਹੌਸਲਾ ਹੋਵੇ। ਨਿਹਾਲ ਕੌਰ, ਇਸਤਰੀ ਸਭਾ ਕੀ ਹੈ ਮਾਂ ਜੀ? ਸੁਖਦੇਵ, ਇਹ ਇਸਤਰੀ ਸਭਾ ਕੀ ਹੈ ਮਨਜੀਤ ਜੀ? ਮਨਜੀਤ, ਸਾਰੇ ਪੰਜਾਬ ਵਿੱਚ ਸੁਖਦੇਵ ਜੀ, ਅਸਾਂ ਹੁਣ ਲੋਕਾਂ ਨੇ ਇਸਤਰੀ ਸਭਾ ਬਣਾਈ ਹੈ, ਜ਼ਿਲ੍ਹੇ ਜ਼ਿਲ੍ਹੇ ਪਿੰਡ ਪਿੰਡ ਵਿੱਚ ਉਹਦੀਆਂ ਸ਼ਾਖਾ ਬਣ ਰਹੀਆਂ ਨੇ, ਅਤੇ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਦੀ ਨਿਵਰਤੀ ਅਤੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ। ਮੈਨੂੰ ਪਤਾ ਹੈ ਭੈਣ ਜੀ ਦੇ ਪਿੰਡ ਦੀ ਵੀ ਲੋਕ ਇਸਤਰੀ ਸਭਾ ਦੀ ਸ਼ਾਖ ਹੈ, ਉੱਥੋਂ ਦੀ ਪ੍ਰਬੰਧਕ ਸਤਵੰਤ ਕੌਰ ਤਾਂ ਬੜੀ ਧੜੱਲੇਦਾਰ ਇਸਤਰੀ ਹੈ, ਮੈਂ ਹੁਣੇ ਉਹਦੇ ਵੱਲ ਸੁਨੇਹਾ ਭੇਜਦੀ ਹਾਂ ਗੁਆਂਢਣ ਦੇ ਹੱਥ, ਸਭਾ ਬਲਵੰਤ ਸਿੰਘ ਨੂੰ ਚੱਬਦੇ ਹੀ ਸਿੱਧੇ ਰਾਹ 'ਤੇ ਲਿਆ ਦੇਵੇਗੀ। ਨਿਹਾਲ ਕੌਰ, ਧੰਨ ਨੀ ਬਹੂ ਤੁਸੀਂ, ਅਤੇ ਧੰਨ ਤੁਹਾਡੀ ਇਸਤਰੀ ਸਭਾ, ਜੇ ਤੁਸੀਂ ਮੇਰੀ ਧੀ ਦਾ ਦੁੱਖ ਨਿਵਰਤ ਕਰ ਦਿਓ। ਮੈਂ ਤਾਂ ਗੁਆਂਢਣ ਤੋਂ ਵੀ ਜਾ ਕੇ ਆਪਣੀ ਭੁੱਲ ਬਖਸ਼ਾਊਂਗੀ ਜਿਹਨੂੰ ਮੈਂ ਇਸ ਸਭਾ ਬਾਰੇ ਇੰਨੇ ਕਬੋਲ ਕਹੇ ਨੇ। ਸੁਖਦੇਵ ਸਿੰਘ ਪਿਤਾ ਗੁਰਦਿੱਤ ਸਿੰਘ ਅੰਦਰ ਆਉਂਦਾ ਹੈ। ਸੁਖਦੇਵ, ਉਹ ਬਾਪੂ ਜੀ ਵੀ ਆ ਗਏ ਉੱਠ ਕੇ, ਬਾਪੂ ਜੀ ਸਤਿ ਸ਼੍ਰੀ ਅਕਾਲ। ਗੁਰਦਿੱਤ ਸਿੰਘ, ਸਤਿ ਸ਼੍ਰੀ ਅਕਾਲ ਸੁਖਦੇਵ, ਕਿੰਨਾ ਕੁ ਚਿਰ ਹੋ ਗਿਆ ਤੈਨੂੰ ਆਏ ਨੂੰ? ਸੁਖਦੇਵ, ਥੋੜ੍ਹਾ ਹੀ ਚਿਰ ਹੋਇਆ ਬਾਪੂ ਜੀ, ਬਸ ਆ ਕੇ ਨਹਾ ਕੇ ਰੋਟੀ ਖਾਣ ਲੱਗਾ ਸਾਂ। ਗੁਰਦਿੱਤ ਸਿੰਘ, ਬਹਿ ਜਾ, ਖਾ ਤੂੰ ਰੋਟੀ।
ਮਨਜੀਤ, ਤੁਸੀਂ ਵੀ ਬੈਠੋ ਬਾਪੂ ਜੀ ਰੋਟੀ ਖਾਣ। ਗੁਰਦਿੱਤ ਸਿੰਘ, ਮੈਂ ਵੀ ਖਾ ਲੈਣਾ, ਪਰ ਇਹ ਸੁਖਦੇਵ ਦੀ ਮਾਂ ਕਿਉਂ ਇੰਨੇ ਬੁੱਲ ਢਿੱਲੇ ਕਰੀ ਖੜੀ ਹੈ? ਕੀ ਗੱਲ ਹੈ ਸੁਖਦੇਵ ਦੀ ਮਾਂ? ਨਿਹਾਲ ਕੌਰ ਡੁਸਕਦੀ ਹੋਈ, ਆ ਬੀਬੀ ਦੀ ਚਿੱਠੀ ਆਈ ਹੈ। ਗੁਰਦਿੱਤ ਸਿੰਘ, ਕਿਉਂ ਸੁੱਖ ਤਾਂ ਹੈ? ਨਿਹਾਲ ਕੌਰ, ਊਂ ਤਾਂ ਸੁੱਖ ਸਾਂ ਦੀ ਹੈ, ਪਰ ਉਹੀ ਗੱਲ, ਪ੍ਰਾਹੁਣਾ ਕਿਸੇ ਢੱਬ ਦਾ ਨਹੀਂ। ਗੁਰਦਿੱਤ ਸਿੰਘ, ਕੀ ਆਖਦਾ ਪ੍ਰਾਹੁਣਾ? ਨਿਹਾਲ ਕੌਰ, ਆਹੀ ਮੁੰਡੇ ਨੇ ਪੜ੍ਹ ਕੇ ਸੁਣਾਇਆ ਤੇ ਬੀਬੀ ਵਿਚਾਰੀ ਦੁਖੀ ਹੈ। ਗੁਰਦਿੱਤ ਸਿੰਘ, ਦੁਖੀ ਤਾਂ ਹੈ, ਪਰ ਗੱਲ ਕੀ ਹੈ? ਦੁਖੀ ਤਾਂ ਮੈਨੂੰ ਪਤਾ ਹੀ ਹੈ, ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ। ਨਿਹਾਲ ਕੌਰ, ਤੁਸੀਂ ਤਾਂ ਬਥੇਰਾ ਕਹਿੰਦੇ ਸੀ ਜਗੀਰਦਾਰਾਂ ਨਾਲ ਆਪਣੀ ਨਿਭਣੀ ਨਹੀਂ, ਮੇਰੀ ਮੱਤ ਨੂੰ ਖਬਰ ਨਹੀਂ ਕੀ ਹੋ ਗਿਆ ਸੀ ਕਿਸਮਤ ਧੀ ਦੀ। ਗੁਰਦਿੱਤ ਸਿੰਘ, ਪਰ ਹੁਣ ਗੱਲ ਵੀ ਕੋਈ। ਸੁਖਦੇਵ, ਗੱਲ ਕੀ ਹੋਣੀ ਸੀ ਬਾਪੂ ਜੀ? ਬਲਵੰਤ ਸਿੰਘ ਕਹਿੰਦੇ ਮੈਂ ਵਿਆਹ ਹੋਰ ਕਰਵਾ ਲੈਣਾ। ਗੁਰਦਿੱਤ ਸਿੰਘ, ਕਰਾ ਲਵੇ, ਕੱਲ੍ਹ ਕਰਾਉਂਦਾ ਅੱਜ ਕਰਾ ਲਵੇ, ਮੈਂ ਧੀ ਨੂੰ ਬੁਲਾ ਲੂੰ ਇੱਥੇ ਆਪਣੇ ਕੋਲ, ਮੇਰੇ ਕੋਲ ਧੀ ਦੀ ਉਮਰ ਲੰਘਾਉਣ ਦੇ ਜੋਗਾ ਬਥੇਰਾ ਹੈ ਗੁਰੂ ਦਾ ਦਿੱਤਾ ਹੋਇਆ। ਸੁਖਦੇਵ, ਕੋਈ ਨਹੀਂ ਬਾਪੂ ਜੀ, ਵਿਆਹ ਕਰਾ ਲੂ ਉਹ ਦੂਜਾ, ਮਖੌਲੀ ਦੂਜਾ ਵਿਆਹ ਹੈ, ਅਸੀਂ ਮਰ ਗਏ, ਮੁਜ਼ਾਰਿਆਂ ਨਾਲੋਂ ਵੀ ਮਾੜੇ ਹਾਂ ਅਸੀਂ, ਮੁਜ਼ਾਰਿਆਂ ਤੋਂ ਪਹਿਲਾਂ ਖਹਿੜਾ ਛੁਡਾ ਲਵੇ। ਮਨਜੀਤ, ਉਹਨਾਂ ਨਾਲ ਕਿਹੜਾ ਸੁਰਨਾ ਵਰਤਦਾ ਹੈ, ਨਿੱਤ ਦਿਹਾੜੀ ਦਾ ਵੈਰ ਚੁੱਕਿਆ ਹੋਇਆ, ਬੀਬੀ ਕਹਿੰਦੀ ਸੀ ਹਰਦਮ ਜਾਣ ਦਾ ਹੀ ਖਤਰਾ ਰਹਿੰਦਾ। ਗੁਰਦਿੱਤ ਸਿੰਘ, ਖਤਰਿਆਂ ਨੂੰ ਕੀ ਸਮਝਦੇ ਹੋ ਜੇ? ਇਹਨਾਂ ਜਗੀਰਦਾਰਾਂ ਨਾਲ ਤਾਂ ਸੰਬੰਧ ਪਾਉਣ ਵਾਲਾ ਪਰਲੇ ਦਰਜੇ ਦਾ ਅਹਿਮਕ ਹੁੰਦਾ। ਬਾਹਰ ਟਾਂਗੇ ਦਾ ਖੜਾਕ ਸੁਣਾਈ ਦਿੰਦਾ। ਮਨਜੀਤ, ਆ ਟਾਂਗਾ ਹੋਰ ਕਿਹਦਾ ਆ ਗਿਆ? ਆਪਣੇ ਘਰ ਨੂੰ ਹੀ ਆਉਂਦਾ। ਟਾਂਗਾ ਦਰਵਾਜ਼ੇ ਵਿੱਚ ਆ ਕੇ ਖਲੋ ਗਿਆ ਹੈ ਅਤੇ ਉਸ ਵਿੱਚੋਂ ਉਤਰ ਕੇ ਸੁਖਦੇਵ ਕੌਰ ਦੋ ਬੱਚੀਆਂ 5 ਤੇ 3 ਸਾਲ ਦੀਆਂ ਨਾਲ ਲਈ ਅੰਦਰ ਆਉਂਦੀ ਹੈ ਅਤੇ ਸਟੇਜ 'ਤੇ ਦਿਖਾਈ ਦਿੰਦੀ ਹੈ। ਸੁਖਦੇਵ, ਲਓ ਉਹ ਬੀਬੀ ਆਪ ਹੀ ਆ ਗਈ। ਮਨਜੀਤ, ਹੈਂ ਬੀਬੀ ਆਪ? ਉੱਠ ਕੇ ਬੀਬੀ ਵੱਲ ਨੂੰ ਔਲਦੀ ਹੈ। ਮੈਂ ਉਡੀਕਦੀ ਤਾਂ ਸੀ ਬੀਬੀ ਨੂੰ, ਪਰ ਇਹ ਸਿੱਟੀ ਨੇ ਸਭ ਕੁਝ ਹੀ ਭੁਲਾ ਦਿੱਤਾ ਸੀ। ਨੱਸ ਕੇ ਜਾ ਕੇ ਸੁਖਦੇਵ ਕੌਰ ਨੂੰ ਜੱਫੀ ਪਾ ਲੈਂਦੀ ਹੈ। ਨਿਹਾਲ ਕੌਰ ਸੁਖਦੇਵ ਕੌਰ ਵੱਲ ਨੂੰ ਔਲਦੀ ਹੋਈ, ਬੀਬੀ ਸੁੱਖ ਨਾਲ ਤਾਂ ਆਈ ਐ। ਛੋਟੀ ਬੱਚੀ ਨੂੰ ਗੋਦੀ ਵਿੱਚ ਲੈ ਲੈਂਦੀ ਹੈ। ਸੁਖਦੇਵ ਕੌਰ, ਸੁੱਖ ਨਾਲ ਹੀ ਆਈ ਹਾਂ, ਮੇਰੀ ਚਿੱਠੀ ਦਾ ਫਿਕਰ ਨਾ ਕਰੋ ਬਹੁਤਾ। ਮਨਜੀਤ ਦੀ ਜੱਫੀ ਛੱਡਦੀ ਹੋਈ, ਮੈਂ ਤਾਂ ਵੀਰ ਨੂੰ ਮਿਲਣ ਆਈ ਹਾਂ। ਸੁਖਦੇਵ ਵੱਲ, ਤੂੰ ਵੀਰ ਲਿਖਿਆ ਜੀ ਸੀ ਬਈ ਤੂੰ ਛੇਤੀ ਮੁੜ ਜਾਣਾ, ਮੈਂ ਆਖਿਆ ਕਾਹਨੂੰ ਕੋਈ ਦਿਨ ਖੁਜਾਵਾਂ। ਸੁਖਦੇਵ, ਬਹੁਤ ਚੰਗਾ ਕੀਤਾ ਬੀਬੀ, ਸਤਿ ਸ਼੍ਰੀ ਅਕਾਲ। ਵੱਡੀ ਬੱਚੀ ਨੂੰ ਪਿਆਰ ਦਿੰਦਾ ਹੈ, ਸਤਿ ਸ਼੍ਰੀ ਅਕਾਲ ਗੋਗੀ। ਗੋਗੀ ਹੌਲੀ ਜੀ, ਸਤਿ ਸ਼੍ਰੀ ਅਕਾਲ ਮਾਮਾ ਜੀ। ਸੁਖਦੇਵ ਕੌਰ, ਬਾਪੂ ਜੀ ਸਤਿ ਸ਼੍ਰੀ ਅਕਾਲ। ਨਿਹਾਲ ਕੌਰ ਨੂੰ ਜੱਫੀ ਪਾ ਕੇ ਮਿਲਦੀ ਹੋਈ, ਤੁਸੀਂ ਚੁੱਪ ਚਾਪ ਖੜ੍ਹੇ ਹੋ। ਗੁਰਦਿੱਤ ਸਿੰਘ, ਸਤਿ ਸ਼੍ਰੀ ਅਕਾਲ, ਪਰ ਆ ਚਿੱਠੀ ਕੀ ਕਹਿੰਦੀ ਹੈ? ਤੇਰੀ ਚਿੱਠੀ ਹੈ ਨਾ? ਚਿੱਠੀ ਉਸ ਨੂੰ ਫੜਾਉਂਦਾ ਹੈ। ਸੁਖਦੇਵ ਕੌਰ, ਚਿੱਠੀ ਤਾਂ ਮੇਰੀ ਹੈ, ਪਰ ਕਿਹੜੀ ਐਡੀ ਵੱਡੀ ਫਿਕਰ ਵਾਲੀ ਗੱਲ ਹੈ ਇਹਦੇ 'ਚ? ਸ਼ਰਾਬ ਕੋਈ ਨਵੀਂ ਹੈ ਉਹਨਾਂ ਲਈ? ਸਾਡੇ ਘਰ ਦਾ ਕਲੇਸ਼ ਜੇ ਕੋਈ ਨਵਾਂ ਹੈ ਤੁਹਾਡੀ ਗੱਲ ਹੈ। ਮਨਜੀਤ, ਪਰ ਬੀਬੀ ਇਹਦੇ 'ਚ ਤਾਂ ਕੁਝ ਹੋਰ ਵੀ ਲਿਖਿਆ ਹੋਇਆ ਬਈ ਬਲਵੰਤ ਸਿੰਘ ਹੋਰੀ ਦੂਜਾ ਵਿਆਹ ਕਰਾਉਂਦੇ ਨੇ। ਸੁਖਦੇਵ ਕੌਰ ਚਿੱਠੀ ਖੋਲ੍ਹ ਕੇ ਦੇਖਦੀ ਹੈ, ਹੈਂ ਦੂਜਾ ਵਿਆਹ? ਇਹੋ ਜਿਹੀ ਤਾਂ ਹਾਲੇ ਕੋਈ ਗੱਲ ਹੀ ਨਹੀਂ ਹੋਈ, ਕੱਲ੍ਹ ਨੂੰ ਹੋ ਜਾਵੇ ਤਾਂ ਕੋਈ ਚਰਜ ਵੀ ਨਹੀਂ। ਚਿੱਠੀ ਪੜ੍ਹ ਕੇ, ਅੱਛਾ। ਮਨਜੀਤ, ਕਿਉਂ? ਸੁਖਦੇਵ ਕੌਰ, ਇਹ ਗੱਲ ਉਹਨਾਂ ਨੇ ਆਪ ਵਧਾ ਦਿੱਤੀ। ਅੱਛਾ, ਡਰਾਵੇ ਦਿੰਦੇ ਨੇ ਦੂਜੇ ਵਿਆਹ ਦੇ ਤੁਹਾਨੂੰ? ਸੁਖਦੇਵ, ਉਹਨਾਂ ਨੇ ਆਪ ਲਿਖ ਦਿੱਤੀ ਇਹ ਗੱਲ? ਸੁਖਦੇਵ ਕੌਰ, ਤੇ ਹੋਰ? ਚਿੱਠੀ ਸੁਖਦੇਵ ਸਿੰਘ ਨੂੰ ਫੜਾਉਂਦੀ ਹੋਈ, ਤੁਸੀਂ ਉਹਨਾਂ ਦਾ ਵੱਖਰਾ ਦਸਤਕ ਨਹੀਂ ਪਛਾਣਿਆ? ਸੁਖਦੇਵ ਚਿੱਠੀ ਨੂੰ ਦੇਖਦਾ ਹੋਇਆ, ਵਾਹ ਬਈ ਵਾਹ, ਸਾਡਾ ਤਾਂ ਚੰਗਾ ਮੌਜੂ ਬਣਿਆ, ਪਰ ਮਾਂ ਜੀ ਦਾ ਮੌਜੂ ਨਹੀਂ ਬਣਿਆ। ਇਹਨਾਂ ਨੂੰ ਤਾਂ ਚੰਗੀ ਸੋਹਣੀ ਸਿੱਖਿਆ ਮਿਲਣੀ ਚਾਹੀਦੀ ਹੈ। ਨਿਹਾਲ ਕੌਰ, ਮਿਲ ਗਈ ਆਵੇ ਪੁੱਤ ਸਿੱਖਿਆ, ਹੁਣ ਮੇਰੇ ਮਗਰ ਨਾ ਇਹ ਗੱਲ ਪਾ ਦਿਓ। ਸੁਖਦੇਵ ਕੌਰ, ਕੀ ਸਿੱਖਿਆ ਮਿਲ ਗਈ ਹੈ ਮਾਂ ਜੀ ਨੂੰ? ਸੁਖਦੇਵ, ਆਪੇ ਦੱਸ ਦੇਣਗੇ ਤੈਨੂੰ। ਮਨਜੀਤ ਸੁਖਦੇਵ ਕੌਰ ਨੂੰ ਜੱਫੀ ਪਾਉਂਦੀ ਹੋਈ, ਬੜੇ ਮੌਕੇ 'ਤੇ ਆਈ ਹੈ ਬੀਬੀ ਤੂੰ, ਜੱਫੀ ਛੱਡ ਕੇ ਹੁਣ ਚੱਲ ਮੂੰਹ ਹੱਥ ਧੋ ਕੇ ਰੋਟੀ ਖਾਣ ਦੀ ਤਿਆਰੀ ਕਰ। ਸੁਖਦੇਵ ਪਾਸੋਂ ਬੱਚੀ ਨੂੰ ਫੜ ਕੇ ਮੂੰਹ ਚੁੰਮਦੀ ਹੈ। ਪਰਦਾ।